ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਇੱਕ ਤਾਂ ਅੱਜ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਅੰਟੈਰੀਓ ਦੇ ਵਿੱਚ ਕੋਵਿਡ ਦੀ 7ਵੀਂ ਵੇਵ ਆ ਚੁੱਕੀ ਹੈ। ਕੋਵਿਡ ਅਸੀਂ ਸਮਝ ਰਹੇ ਹਾਂ ਕਿ ਖਤਮ ਹੋ ਗਿਆ, ਦੁਬਾਰਾ ਕਿਹੜੀ ਖਬਰ ਆ ਰਹੀ ਹੈ ਇਹ ਤੁਹਾਡੇ ਨਾਲ ਵਿਸਥਾਰ ਦੇ ਵਿੱਚ ਸਾਂਝੀ ਕਰਾਂਗੇ। ਉਧਰ ਬ੍ਰਿਟਨ ਦੇ ਵਿੱਚ ਰਾਜਸੀ ਸੰਕਟ ਖੜਾ ਹੋਇਆ, ਬੋਰਿਸ ਜੌਨਸਨ ਨੇ ਰਿਜ਼ਾਈਨ ਕਰ ਦਿੱਤਾ। ਕੀ ਗੱਲਬਾਤ ਆ, ਹੁਣ ਅਗਲਾ ਪ੍ਰਾਈਮ ਮਿਨਿਸਟਰ ਉੱਥੇ ਦਾ ਕੌਣ ਹੋ ਸਕਦਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਏਅਰਪੋਰਟਾਂ ਦੇ ਉੱਤੇ ਲਗਾਤਾਰ ਸਮਾਨ ਗੁਆਚ ਰਿਹਾ, ਪਰ ਇੱਕ ਵਿਅਕਤੀ ਨੇ ਨਵਾਂ ਤਰੀਕਾ ਲੱਭਿਆ ਕਿ ਘੱਟੋ ਘੱਟ ਤੁਹਾਨੂੰ ਪਤਾ ਲੱਗ ਸਕਦਾ ਕਿ ਤੁਹਾਡਾ ਸਮਾਨ ਕਿੱਥੇ ਆ। ਉਹ ਤਰੀਕਾ ਕੀ ਆ, ਉਹ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ। ਕੈਨੇਡਾ ਦਾ ਹੈਲਥ ਸਿਸਟਮ ਇੱਕ ਵਾਰੀ ਫੇਰ ਸਵਾਲਾਂ ਦੇ ਘੇਰੇ ਵਿੱਚ ਆ। ਕੁਬੈਕ ਤੋਂ ਵਿਅਕਤੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਇਆ ਅਤੇ ਡਾਕਟਰਾਂ ਨੇ ਉਹਦੇ ਸੱਟ ਲੱਗੀ, ਡਿੱਗ ਕੇ ਸਰਜਰੀ ਨਹੀਂ ਕੀਤੀ। ਕੀ ਮਾਮਲਾ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਲਬਰਟਾ ਦੇ ਵਿੱਚ ਨਵੀਆਂ ਬੜੀਆਂ ਚਮਚਮਾਉਂਦੀਆਂ ਐਂਬੂਲੈਂਸਿਸ ਆ ਗਈਆਂ, ਪਰ ਕਹਿੰਦੇ ਗੱਲ ਐਂਬੂਲੈਂਸਿਸ ਨਵੀਆਂ ਦੇ ਨਾਲ ਨਹੀਂ ਬਣਨੀ, ਬੰਦੇ ਚਾਹੀਦੇ ਐਂਬੂਲੈਂਸਾਂ ਚਲਾਉਣ ਵਾਲੇ। ਕੀ ਮਾਮਲਾ ਆ, ਇਹਦੇ ਬਾਰੇ ਵੀ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕੈਨੇਡਾ ਦੇ ਸਾਇੰਟਿਸਟਾਂ ਨੇ ਓਜ਼ੋਨ ਦੇ ਵਿੱਚ ਇੱਕ ਹੋਲ ਲੱਭਿਆ। ਓਜ਼ੋਨ ਹੋਲ ਕੀ ਹੈ, ਇਹਦੇ ਨਾਲ ਕੀ ਨੁਕਸਾਨ ਹੋ ਸਕਦਾ, ਇਹ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਆ। ਅਤੇ ਹੁਣ ਤੁਸੀਂ ਜਦੋਂ ਗਰੋਸਰੀ ਸਟੋਰਾਂ ਦੇ ਉੱਤੇ ਜਾਂਦੇ ਹੋ ਅਤੇ ਉੱਥੇ ਜਿਹੜੇ ਪਲਾਸਟਿਕ ਦੇ ਬੈਗ ਮਿਲਦੇ ਸੀ ਉਹ ਨਹੀਂ ਮਿਲਦੇ, ਹੁਣ ਕੁਛ ਹੋਰ ਮਿਲਦਾ ਆ। ਕੀ ਕਾਰਨ ਆ ਅਤੇ ਆਉਣ ਵਾਲਾ ਭਵਿੱਖ ਕਿਸ ਤਰ੍ਹਾਂ ਦਾ ਆ, ਇਹਦੇ ਬਾਰੇ ਵੀ ਕੁਛ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨੀਆਂ। ਸਭ ਤੋਂ ਪਹਿਲੀ ਖਬਰ ਕੋਵਿਡ ਬਾਰੇ। ਕੋਵਿਡ ਅਸੀਂ ਸਮਝ ਰਹੇ ਹਾਂ ਕਿ ਖਤਮ ਹੋ ਗਿਆ, ਪਰ ਦੱਸਦੇ ਆ ਕਿ ਹਜੇ ਵੀ ਕੋਵਿਡ ਕਿਤੇ ਨਾ ਕਿਤੇ ਹੈਗਾ ਆ। ਅੰਟੈਰੀਓ ਦੇ ਵਿੱਚੋਂ ਕੁਝ ਖਬਰਾਂ ਆ ਰਹੀਆਂ ਕਿ ਕੋਵਿਡ-19 ਦੀ 7ਵੀਂ ਵੇਵ ਉੱਥੇ ਚੱਲ ਰਹੀ ਹੈ ਇਸ ਵੇਲੇ। ਕਿੰਨੀਆਂ ਵੇਵਜ਼ ਆਈਆਂ, ਕਿੰਨੀਆਂ ਚਲੇ ਗਈਆਂ, ਲੋਕਾਂ ਨੂੰ ਹੁਣ ਕਿਉਂਕਿ ਪਾਬੰਦੀਆਂ ਹਟ ਗਈਆਂ, ਲੋਕਾਂ ਨੂੰ ਯਾਦ ਵੀ ਨਹੀਂ ਹੈ ਕਿ ਕੋਵਿਡ ਦੀ ਕਿਹੜੀ ਵੇਵ ਕਿੱਥੇ ਆਈ ਆ। ਪਰ ਅਧਿਕਾਰੀ ਦੱਸ ਰਹੇ ਆ ਕਿ ਓਮੀਕਰੋਨ ਦੇ B.5 ਸਬ ਵੇਰੀਐਂਟ ਕਰਕੇ ਇੱਕ ਉੱਥੇ ਇਸ ਵੇਲੇ ਕੋਵਿਡ ਫੈਲ ਰਿਹਾ, ਵੇਵ ਚੱਲ ਰਹੀ ਆ। 7ਵੀਂ ਵੇਵ ਨੂੰ ਦੱਸਦੇ ਆ, ਜਿਹੜੀ ਕੋਵਿਡ ਕੇਸਾਂ ਦੇ ਵਿੱਚ ਵਾਧੇ ਦੇ ਸੰਕੇਤ ਦਿੱਤੇ ਜਾਣ ਲੱਗੇ ਆ। ਉੱਥੇ ਦੇ ਚੀਫ ਮੈਡੀਕਲ ਅਫਸਰ ਡਾਕਟਰ ਕੀਰਨ ਮੂਅਰ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਇੱਕ ਨਵੀਂ ਵੇਵ ਅੰਟੈਰੀਓ ਦੇ ਵਿੱਚ ਸ਼ੁਰੂ ਹੋ ਗਈ ਹੈ। ਹਾਲਾਂਕਿ ਪੂਰੇ ਕੈਨੇਡਾ ਦੇ ਵਿੱਚ ਹੋ ਸਕਦੀ ਹੈ, ਪਰ ਪਹਿਲੀਆਂ ਖਬਰਾਂ ਅੰਟੈਰੀਓ ਤੋਂ ਆ ਰਹੀਆਂ। ਕਹਿੰਦੇ ਕਿ ਸੂਬਾ ਸਰਕਾਰ ਇਸ ਵੇਲੇ ਕਹਿ ਰਹੀ ਆ ਕਿ ਲੋਕਾਂ ਨੂੰ ਹੁਣ ਜਿਨ੍ਹਾਂ ਨੇ 2 ਡੋਜ਼ ਲਵਾ ਲਈਆਂ, ਤੀਜੀ ਲਵਾਉਣੀ ਚਾਹੀਦੀ ਆ ਅਤੇ ਅਗਲੀ ਡੋਜ਼ ਬਾਰੇ ਵੀ ਫੈਸਲਾ ਜਲਦੀ ਕੀਤਾ ਜਾਣਾ ਆ। ਜਿਹੜਾ BA.5 ਸਬ ਵੇਰੀਐਂਟ ਆ, ਇਹ ਲਗਾਤਾਰ ਵੱਧ ਰਿਹਾ ਆ। ਸਾਡੇ ਕੋਲ ਜਿਹੜਾ ਉਹ ਕੋਵਿਡ-19 ਸੀ, ਉਹਦੇ ਵੇਰੀਐਂਟ ਵੱਖਰੇ ਵੱਖਰੇ, ਫਿਰ ਉਹਦੇ ਸਬ ਵੇਰੀਐਂਟ ਅੱਗੇ ਆਉਣ ਲੱਗ ਪਏ ਅਤੇ ਦੱਸੇ ਜਾ ਰਹੇ ਕਿ ਇਸ ਵੇਲੇ ਅਸੀਂ ਮਤਲਬ ਵਿਚਕਾਰ ਜਾਏ, ਇਸ ਅੰਟੈਰੀਓ ਦੇ ਵਿੱਚ ਲੋਕ ਜਿਹੜੇ ਨੇ ਉਹ ਵਿਚਕਾਰ ਜਾਏ ਨੇ ਇਸ ਵੇਵ ਦੇ, ਕਿ 20-21 ਦਿਨ ਹੋ ਗਿਆ ਇਸ ਵੇਵ ਚੱਲਦੀ ਨੂੰ ਅਤੇ 30-35 ਦਿਨ ਹੋਰ ਚੱਲ ਸਕਦੀ ਆ। ਅਤੇ ਉਹਦੇ ਵਿੱਚ ਔਰ ਜਿਹੜੇ 30-35 ਦੇ ਵਿੱਚੋਂ ਅਗਲੇ 10 ਕੁ ਦਿਨ ਆ, ਉਹ ਕਹਿੰਦੇ ਬਹੁਤ ਕਰੂਸ਼ਲ ਆ। ਉਹਦੇ ਵਿੱਚ ਹੌਸਪੀਟਲਾਈਜੇਸ਼ਨ ਵੱਧ ਸਕਦੀ ਆ, ਲੋਕ ਬਿਮਾਰ ਜ਼ਿਆਦਾ ਹੋ ਸਕਦੇ ਆ। ਹੁਣ ਇਹ ਨਹੀਂ ਸਮਝ ਆਉਂਦਾ ਕਿ ਜਿਹੜਾ ਫਲੂ ਲੋਕਾਂ ਨੂੰ ਹੋ ਰਿਹਾ, ਲਗਾਤਾਰ ਰਹਿ ਰਿਹਾ, ਕੀ ਇਹੀ ਕੋਵਿਡ ਆ, ਕੀ ਇਹੀ ਉਹ ਫਲੂ ਆ ਜਿਹਨੂੰ ਥੋੜ੍ਹਾ ਚਿਰ ਸਮਾਂ ਪਹਿਲਾਂ ਆਪਾਂ ਕੋਵਿਡ ਕਹਿੰਦੇ ਸੀ, ਜਾਂ ਇਹ ਦੂਜਾ ਫਲੂ ਆ। ਕਾਰਨ ਸਾਫ਼ ਆ ਕਿ ਆਊਟਡੋਰ ਥਾਵਾਂ ਦੇ ਉੱਤੇ ਲੋਕ ਨਿਕਲ ਗਏ ਆ, ਇੱਕ ਦੂਜੇ ਦੇ ਨਾਲ ਫਿਰ ਤੁਰ ਰਹੇ ਆ, ਪਰ ਪਾਬੰਦੀਆਂ ਹਟ ਚੁੱਕੀਆਂ ਅਤੇ ਫਿਕਰਮੰਦੀ ਥੋੜ੍ਹੀ ਜਿਹੀ ਇਹਦੇ ਨਾਲ ਜਿਹੜੀ ਵੱਧ ਗਈ ਆ ਕਿ ਜਦੋਂ ਇਸ ਸਾਲ ਦੇ ਅੰਤ ਤੱਕ ਲੋਕਾਂ ਨੇ ਜ਼ਿਆਦਾ ਇੰਡੋਰ ਰਹਿਣਾ ਆ ਤਾਂ ਉਦੋਂ ਸਥਿਤੀ ਕੀ ਹੋਣੀ ਆ। ਜਿਹੜੇ ਡਾਕਟਰ ਮੂਅਰ ਆ, ਉਹਨਾਂ ਨੇ ਵੀ ਇਸ ਗੱਲਬਾਤ ਬਾਰੇ ਦੱਸਿਆ ਕਿ ਫਲੂ ਸੀਜ਼ਨ ਬਾਰੇ ਉਹਨਾਂ ਨੂੰ ਬਹੁਤਾ ਕੁਝ ਨਹੀਂ ਪਤਾ, ਪਰ ਉਹ ਦੱਸਦੇ ਆ ਕਿ ਅਸੀਂ ਇਹਦੇ ਲਈ ਤਿਆਰੀ ਕਰ ਰਹੇ ਹਾਂ। ਹੁਣ ਤਿਆਰੀ ਕਿਸ ਕਿਸਮ ਦੀ ਕੀਤੀ ਜਾ ਰਹੀ ਹੈ ਇਹ ਨਹੀਂ ਪਤਾ, ਪਰ ਇਸ ਵੇਲੇ ਲੋਕ ਥੋੜ੍ਹੇ ਜਿਹੇ ਡਰੇ ਆ, ਕਿਉਂਕਿ ਇਹ ਵੀ ਆ ਕਿ ਹੁਣ ਇਹ ਵੀ ਕਿਹਾ ਜਾ ਸਕਦਾ ਕਿ ਜਦੋਂ ਹੁਣ ਜਿਹੜਾ ਸੀਜ਼ਨ ਆਉਂਦਾ ਆ, ਫਾਲ ਸੀਜ਼ਨ ਆਉਂਦਾ ਆ, ਫਾਲ ਸੀਜ਼ਨ ਦੇ ਵਿੱਚ ਇੰਡੋਰ ਥਾਵਾਂ ਦੇ ਉੱਤੇ ਦੁਬਾਰਾ ਮਾਸਕ ਪਾਏ ਜਾ ਸਕਦੇ ਆ। ਜੇ ਹਸਪਤਾਲਾਂ ਦੇ ਵਿੱਚ ਵਾਧਾ ਲਗਾਤਾਰ ਹੁੰਦਾ ਰਿਹਾ, ਜਿਹਦੀ ਕਿ ਇਹ ਜਿਹੜਾ ਡਰ ਆ ਇਸ ਵੇਲੇ ਦੁਬਾਰਾ ਮਾਸਕ ਲੱਗ ਸਕਦੇ ਆ। ਕਈ ਵਾਰੀ ਅਸੀਂ ਇਹ ਗੱਲਬਾਤ ਆਮ ਤੌਰ 'ਤੇ ਇੱਦਾਂ ਲੈਂਦੇ ਹਾਂ ਵੀ ਖਬਰਾਂ ਜਿਹੜੀਆਂ ਬਹੁਤ ਡਰਾਉਣੀਆਂ ਸਾਡੇ ਸਾਹਮਣੇ ਆਉਂਦੀਆਂ, ਕਿ ਜਾਣ ਬੁੱਝ ਕੇ ਡਰਾ ਕੇ ਲੋਕਾਂ ਨੂੰ ਪੇਸ਼ ਕੀਤਾ ਜਾਂਦਾ, ਪਰ ਖਬਰਾਂ ਉਹੀ ਆਉਂਦੀਆਂ ਜੋ ਮਹਿਕਮੇ ਦੇ ਅਧਿਕਾਰੀ ਦੱਸ ਰਹੇ। ਅੰਟੈਰੀਓ ਦੇ ਸਭ ਤੋਂ ਵੱਡਾ ਹੈਲਥ ਆਫਿਸਰ ਇਸ ਵੇਲੇ ਇਹ ਕਹਿ ਰਹੇ ਆ ਵੀ ਜੇ ਇੱਦਾਂ ਹੀ ਆਉਂਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਸਕ ਪਾਉਣ ਲਈ ਕਿਹਾ ਜਾ ਸਕਦਾ ਅਤੇ ਹੌਲੀ ਹੌਲੀ ਫਿਰ ਇਹ ਵੀ ਕੀਤਾ ਜਾ ਸਕਦਾ ਕਿ ਇਹਨਾਂ ਨੂੰ ਜ਼ਰੂਰੀ ਪਾਓ, ਲਾਜ਼ਮੀ ਕੀਤੇ ਜਾ ਸਕਦੇ ਆ। ਅਸਲ ਦੇ ਵਿੱਚ ਸਰਕਾਰ ਦਾ ਡਰ ਇੱਕੋ ਹੀ ਆ ਕਿ ਜੇ ਫਲੂ ਕਿਸੇ ਨੂੰ ਹੁੰਦਾ ਤਾਂ ਹੋਈ ਜਾਵੇ, ਹਟ ਜਾਵੇ। ਇਸ ਫਾਲ ਸੀਜ਼ਨ ਦੇ ਵਿੱਚ ਵੀ ਅੱਗੇ ਜੋ ਕੁਛ ਹੁੰਦਾ ਹੈ, ਪਰ ਹੌਸਪੀਟਲਾਈਜੇਸ਼ਨ ਨਾ ਵਧੇ। ਸਮੱਸਿਆ ਉਦੋਂ ਆਉਣੀ ਆ ਜਦੋਂ ਲੋਕਾਂ ਦੀ ਗਿਣਤੀ ਹਸਪਤਾਲ ਦੇ ਵਿੱਚ ਵਧਣ ਲੱਗ ਪਈ। ਜੇ ਹਸਪਤਾਲ ਦੇ ਵਿੱਚ ਗਿਣਤੀ ਵੱਧ ਗਈ, ਫਿਰ ਸਰਕਾਰ ਦੇ ਲਈ ਚਿੰਤਾ ਦੀ ਗੱਲ ਹੈ ਅਤੇ ਫਿਰ ਸਾਰੇ ਨਿਯਮ ਉਹ ਦੁਬਾਰਾ ਲਾਗੂ ਕਰਨ ਲੱਗ ਜਾਂਦੇ ਆ। ਤੁਹਾਨੂੰ ਪਤਾ ਕਿ 2 ਮਹੀਨੇ ਵੀ ਨਹੀਂ ਹੋਏ ਹਜੇ, ਸਾਰਾ ਕੁਝ ਠੀਕ ਠਾਕ ਹੋਈ ਨਹੀਂ। ਜਦੋਂ ਸਾਰੀਆਂ ਇਹ ਪਾਬੰਦੀਆਂ ਹਟੀਆਂ ਤਾਂ ਉਹਦੇ ਤੋਂ ਬਾਅਦ ਲੋਕ ਕੁਦਰਤੀ ਚਿੰਤਾ 'ਚ ਨੇ ਕਿ ਦੁਬਾਰਾ ਹੁਣ ਫਿਰ ਕੀ ਆ ਗਿਆ। ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਸਾਇੰਸ ਟੇਬਲ ਆ, ਉਹ ਕੀ ਕਰਦੇ ਕੀ ਆ, ਇਹ
ਉਹਨੇ ਟੈਸਟ ਨਹੀਂ ਕੀਤੇ ਜਾਂਦੇ। ਹੁਣ ਅੱਗੇ ਟੈਸਟ ਕੀਤੇ ਜਾਂਦੇ ਸੀ, ਉਹਦੇ ਤੋਂ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਕੇਸ ਵੱਧ ਗਏ, ਕੇਸ ਘਟ ਗਏ, ਕਿੰਨੇ ਆ ਗਏ। ਹੁਣ ਕੀ ਕਰਦੇ ਆ, ਜਿਹੜਾ ਵੇਸਟ ਵਾਟਰ ਦੀ ਸੈਂਪਲਿੰਗ ਕਰਦੇ ਆ। ਵੇਸਟ ਵਾਟਰ ਦੀ ਸੈਂਪਲਿੰਗ ਕੀ ਆ ਕਿ ਜਿਹੜਾ ਵੇਸਟ ਵਾਟਰ ਫੀਸਸ ਦੇ ਵਿੱਚ, ਟਾਇਲਟ ਦੇ ਵਿੱਚ ਉਹ ਪਾਣੀ ਜਿਹੜਾ ਬਾਹਰ ਜਾਂਦਾ ਆ, ਉਹ ਸਾਰਾ ਇੱਕ ਜਗ੍ਹਾ ਦੇ ਉੱਤੇ ਉਹਦੇ ਸੈਂਪਲ ਲਏ ਜਾਂਦੇ ਆ। ਮੰਨਿਆ ਜਾਂਦਾ ਕਿ ਜਦੋਂ ਬੰਦੇ ਨੂੰ ਕੋਵਿਡ ਹੋਇਆ ਤਾਂ ਉਹ ਇਹਦੇ ਥਰੂ ਕੋਵਿਡ ਪਾਸ ਕਰਦਾ ਆ ਅਤੇ ਬਾਅਦ ਦੇ ਵਿੱਚ ਉਹ ਉਸ ਪਾਣੀ ਦੇ ਵਿੱਚ ਹੁੰਦਾ ਹੈ, ਤਾਂ ਉਹ ਸੈਂਪਲ ਫਿਰ ਦੱਸਦਾ ਕਿ ਇਸ ਸ਼ਹਿਰ ਦੇ ਵਿੱਚ ਜਾਂ ਇਸ ਕਮਿਊਨਿਟੀ ਇਲਾਕੇ ਦੇ ਵਿੱਚ ਇੰਨੇ ਕੁ ਲੋਕਾਂ ਨੂੰ ਕੋਵਿਡ ਹੋ ਗਿਆ, ਜਾਂ ਪਹਿਲਾਂ ਇੰਨਾ ਕੁ ਸੀ, ਹੁਣ ਇਹ ਵੱਧ ਰਿਹਾ ਆ। ਸੋ ਉਹ ਜਿਹੜਾ ਵੇਸਟ ਵਾਟਰ ਸੈਂਪਲ ਆ, ਉਹਦੇ ਵਿੱਚ ਕੋਵਿਡ ਦੇ ਕੇਸਿਸ ਪਹਿਲਾਂ ਆਉਣ ਲੱਗ ਜਾਂਦੇ ਆ। ਉਹ ਸੈਂਪਲ ਪਹਿਲਾਂ ਦੱਸਣ ਲੱਗ ਜਾਂਦਾ ਕਿ ਇੱਥੇ ਫਲਾਣੇ ਥਾਂ ਦੇ ਉੱਤੇ ਕੇਸ ਜਿਹੜੇ ਹੈਗੇ ਆ, ਅਤੇ ਉਹ ਕਮਿਊਨਿਟੀ ਦੇ ਵਿੱਚ ਫਿਰ ਥੋੜ੍ਹੇ ਚਿਰ ਬਾਅਦ ਆਉਂਦੇ ਹੁੰਦੇ ਪਹਿਲਾਂ ਹੀ ਆ, ਪਰ ਉਹ ਅਸਰ ਕਮਿਊਨਿਟੀ ਦੇ ਵਿੱਚ ਥੋੜ੍ਹੇ ਚਿਰ ਬਾਅਦ ਦਿਸਣ ਲੱਗ ਜਾਂਦਾ। ਅਤੇ ਇਸ ਕਰਕੇ 10 ਕੁ ਦਿਨ ਹੁਣ ਦੱਸਦੇ ਆ ਕਿ ਇਹਦੇ ਤੋਂ ਬਾਅਦ ਜੇ ਠੀਕ ਠਾਕ ਰਹਿ ਗਿਆ ਤਾਂ ਠੀਕ ਠਾਕ ਰਹਿ ਜਾਊਗਾ, ਨਹੀਂ ਤਾਂ ਦੁਬਾਰਾ ਮਾਸਕ ਅਤੇ ਉਹ ਸਾਰਾ ਕੁਛ ਜਿਹੜਾ ਹੋ ਸਕਦਾ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ 10% ਤੋਂ ਜ਼ਿਆਦਾ ਪੋਜ਼ੀਟਿਵਿਟੀ ਰੇਟ ਇਸ ਵੇਸਟ ਵਾਟਰ ਸੈਂਪਲਸ ਦੇ ਵਿੱਚ ਸਾਹਮਣੇ ਆਇਆ। ਜਿਹੜੇ 80% ਪਬਲਿਕ ਹੈਲਥ ਯੂਨਿਟਸ ਆ, ਉਹਦੇ ਵਿੱਚ ਕੋਵਿਡ ਦੇ ਕਈ ਗੁਣਾ ਕੇਸਾਂ ਦੇ ਵਿੱਚ ਵਾਧਾ ਕੀਤਾ ਗਿਆ। ਜਿਹੜੀ ਕਿਉਂਕਿ ਟੈਸਟਿੰਗ ਹੁਣ ਉਸ ਤਰ੍ਹਾਂ ਨਹੀਂ ਹੁੰਦੀ, PCR ਟੈਸਟਿੰਗ ਜਾਂ ਦੂਜੀ ਟੈਸਟਿੰਗ, ਇਸ ਕਰਕੇ ਬਹੁਤਾ ਨਹੀਂ ਦੱਸਿਆ ਜਾ ਰਿਹਾ, ਪਰ ਵਾਧਾ ਵੀ ਲਗਾਤਾਰ ਹਸਪਤਾਲਾਂ ਦੇ ਵਿੱਚ ਵੀ ਹੈਗੀ ਆ। ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅੰਕੜੇ ਜਾਰੀ ਕੀਤੇ ਗਏ ਸੀ, ਉਹਦੇ ਅਨੁਸਾਰ ਜੂਨ ਮਹੀਨੇ ਦੇ ਆਖਰ ਦੇ ਵਿੱਚ 605 ਲੋਕ ਕੋਵਿਡ ਕਰਕੇ ਹਸਪਤਾਲਾਂ ਦੇ ਵਿੱਚ ਭਰਤੀ ਸੀ। ਔਰ ਇਹਨਾਂ ਦੇ ਅੰਕੜਿਆਂ ਦੇ ਵਿੱਚ ਦੱਸਦੇ ਆ ਕਿ 99 ਮਰੀਜ਼ਾਂ ਦਾ ਵਾਧਾ ਵੀ ਹੋਇਆ ਆ। ਇਹ ਟ੍ਰੈਂਡ ਇਕੱਲੇ ਕੈਨੇਡਾ ਜਾਂ ਇਕੱਲੇ ontario ਦੇ ਵਿੱਚ ਨਹੀਂ ਆ, ਕਈ ਥਾਵਾਂ ਦੇ ਉੱਤੇ ਇਹ ਟ੍ਰੈਂਡ ਨਜ਼ਰ ਆ ਰਿਹਾ। ਸਵਿਟਜ਼ਰਲੈਂਡ ਜਿਹੜੇ G10 ਦੇਸ਼ ਨੇ, ਓਮੀਕਰੋਨ ਦੇ ਜਿਹੜਾ ਸਬ ਵੇਰੀਐਂਟ ਆ ਕੋਵਿਡ ਦੇ ਕੇਸਾਂ ਦੇ ਵਿੱਚ, ਉੱਥੇ ਵੀ ਵਾਧਾ ਦਰਜ ਕੀਤਾ ਗਿਆ। ਜਿਹੜੇ 18 ਸਾਲ ਤੋਂ ਉੱਤੇ ਉਮਰ ਦੇ ਲੋਕਾਂ ਨੂੰ ਉਹਨਾਂ ਨੂੰ ਅਪੀਲ ਕੀਤੀ ਆ ਕਿ ਜਿਨ੍ਹਾਂ ਨੇ ਵੀ ਇਸ ਵੇਲੇ ਪਹਿਲੀ ਬੂਸਟਰ ਜਾਂ ਜਿਹੜੀ ਤੀਜੀ ਡੋਜ਼ ਆ ਵੈਕਸੀਨ ਦੀ ਉਹ ਨਹੀਂ ਲਾਈ, ਉਹ ਲਵਾ ਲੈਣ। ਜਿਹੜੇ ਸਬ ਵੇਰੀਐਂਟ ਪੁਰਾਣੇ ਵੇਰੀਐਂਟ ਨਾਲੋਂ ਦੱਸਦੇ ਆ ਕਿ ਜ਼ਿਆਦਾ ਗੰਭੀਰ ਆ, ਅਤੇ ਇਹਦੇ ਨਾਲ ਹਸਪਤਾਲਾਂ ਦੇ ਵਿੱਚ ਗਿਣਤੀ ਕਾਫੀ ਜ਼ਿਆਦਾ ਵੱਧ ਸਕਦੀ ਆ। ਔਰ ਇਹ ਵੀ ਤੁਹਾਨੂੰ ਪਤਾ ਕਿ ਜਿਨ੍ਹਾਂ ਲੋਕਾਂ ਨੇ, ਬਹੁਤੇ ਲੋਕਾਂ ਨੇ ਇਗਨੋਰ ਕੀਤਾ ਤੀਜੀ ਡੋਜ਼ ਨੂੰ, ਕਿ 2 ਲੱਗ ਗਈਆਂ ਬਹੁਤ ਆ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਤੀਜੀ ਡੋਜ਼ ਲਵਾ ਲਓ। ਅਤੇ ਜਿਹੜੇ 60 ਸਾਲ ਤੋਂ ਉੱਪਰ ਵਾਲੇ ਆ, ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਹੁਣ ਚੌਥੀ ਵੀ ਜਿਹੜੀ ਉਹਦੇ ਲਈ ਵੀ ਕਿਹਾ ਗਿਆ ਕਿ ਤੁਸੀਂ ਚੌਥੀ ਡੋਜ਼ ਲਵਾ ਲਓ। ਜਿਹੜੀ ਲੈਬ ਟੈਸਟਿੰਗ ਆ ਸਕੂਲਾਂ ਦੇ ਵਿੱਚ ਹੁਣ ਕੀ ਹੋ ਰਿਹਾ, ਇਹ ਤਸਵੀਰ ਸਾਹਮਣੇ ਨਹੀਂ ਆ ਰਹੀ। ਲਗਾਤਾਰ ਰੋਜ਼ ਅਪਡੇਟ ਪਹਿਲਾਂ ਆਪਾਂ ਨੂੰ ਹੁੰਦੀ ਸੀ, ਤੁਹਾਨੂੰ ਯਾਦ ਆ ਪਿਛਲੇ 2 ਸਾਲਾਂ ਤੋਂ, ਅਤੇ ਆ ਜੂਨ ਦੇ ਵਿਚਕਾਰੋਂ ਫਿਰ ਸਰਕਾਰ ਨੇ ਕਰਤਾ ਸੀ ਵੀ ਹਫ਼ਤੇ ਬਾਅਦ ਰਿਪੋਰਟ ਦੇਣੀ, ਕਿਉਂਕਿ ਕੇਸ ਹੁਣ ਇੰਨੇ ਆ ਹੀ ਨਹੀਂ ਰਹੇ, ਅਤੇ ਰੋਜ਼ ਦੀ ਗੱਲ ਨਹੀਂ ਰਹੀ। ਪਹਿਲਾਂ ਰੋਜ਼ ਆਪਾਂ ਦੇਖਦੇ ਸੀ ਵੀ ਹੁਣ ਕਿੰਨੇ ਕੇਸ ਹੋ ਗਏ, ਹੁਣ ਕਿੰਨੇ ਕੇਸ ਹੋ ਗਏ। ਹੁਣ 2 ਹਫ਼ਤੇ ਬਾਅਦ ਜਿਹੜੀ ਆ ਰਿਪੋਰਟ ਉਹ ਆ ਜਾਂਦੀ ਆ। ਪਿਛਲੇ ਸਮੇਂ ਤੋਂ ਇੱਦਾਂ ਕੀਤੀ ਗਈ ਸੀ, ਪਰ ਇੱਕ ਇਹ ਜਿਹੜੀ ਹਫ਼ਤਾਵਾਰ ਜਿਹੜੀ ਰਿਪੋਰਟਿੰਗ ਆ ਉਹ ਸ਼ੁਰੂ ਕੀਤੀ ਗਈ ਹੈ। ਪਰ ਚਿੰਤਾ ਥੋੜ੍ਹੀ ਜਿਹੀ ਇਸ ਵੇਲੇ ਦੱਸ ਰਹੀ ਆ। ontario ਦੇ ਜਿਹੜੇ ਹੈਲਥ ਆਫਿਸਰ ਨੇ, ਉਹ ਇਹ ਜਾਣਕਾਰੀ ਦੇ ਰਹੇ ਨੇ, ਨਾ ਕਿ ਲੋਕਾਂ ਨੂੰ ਡਰਾਉਣ ਦੇ ਲਈ, ਸਗੋਂ ਇੱਕ ਅਸਲ ਤਸਵੀਰ ਜਿਹੜੀ ਸਾਡੇ ਸਾਹਮਣੇ ਆ ਉਹ ਸਾਡੇ ਨਾਲ ਸਾਂਝੀ ਕਰ ਰਹੇ ਆ। ਕੈਨੇਡਾ ਦਾ ਹੈਲਥ ਕੇਅਰ ਸਿਸਟਮ ਇੱਕ ਵਾਰੀ ਫੇਰ ਸਵਾਲਾਂ ਦੇ ਘੇਰੇ ਵਿੱਚ ਆ। ਬਹੁਤ ਵਾਰੀ ਅਸੀਂ ਗੱਲਬਾਤ ਕਰਦੇ ਹਾਂ। ਕੈਨੇਡਾ ਦਾ ਜਿਹੜਾ ਹੈਲਥ ਕੇਅਰ ਸਿਸਟਮ ਹੈ, ਦੁਨੀਆ ਦੇ ਬਿਹਤਰੀਨ ਹੈਲਥ ਕੇਅਰ ਸਿਸਟਮ ਦੇ ਵਿੱਚ ਆਉਂਦਾ। ਲੋਕ ਇਹਨੂੰ ਅਫੋਰਡ ਕਰਦੇ ਆ, ਲੋਕਾਂ ਦੇ ਮਤਲਬ ਉਹਨਾਂ ਦੀ ਵਿੱਤ ਦੇ ਵਿੱਚ ਹੁੰਦਾ, ਅਤੇ ਬਹੁਤ ਚੰਗੀ ਤਰ੍ਹਾਂ ਲੋਕਾਂ ਨੂੰ ਇੱਥੇ ਟਰੀਟ ਕੀਤਾ ਜਾਂਦਾ। ਪਰ ਬਹੁਤ ਸਾਰੇ ਫਲॉज ਵੀ ਇਹਦੇ ਸਾਹਮਣੇ ਆਉਂਦੇ ਆ, ਕਈ ਨੁਕਸ ਵੀ ਸਾਹਮਣੇ ਆਉਂਦੇ ਆ। ਪਿਛਲੇ ਸਮੇਂ ਦੇ ਵਿੱਚ ਕੱਲ੍ਹ ਆਪਾਂ ਖਬਰ ਕੀਤੀ ਸੀ ਕਿ ਆਈਲੈਂਡ ਦੇ ਉੱਤੇ ਜਿਹੜਾ ਐਮਰਜੈਂਸੀ ਡਿਪਾਰਟਮੈਂਟ ਆ ਉਹ ਹੀ ਬੰਦ ਹੋ ਰਿਹਾ ਹਸਪਤਾਲਾਂ ਦਾ, ਕਿਉਂਕਿ ਡਾਕਟਰ ਹੈ ਨਹੀਂ, ਸਟਾਫ ਹੈ ਨਹੀਂ। ਕਈ ਥਾਵਾਂ ਦੇ ਉੱਤੇ ਹੋਰ ਸਮੱਸਿਆਵਾਂ ਆਉਂਦੀਆਂ। ਇੱਕ ਕੁਬੈਕ ਦਾ ਵਿਅਕਤੀ ਇੱਥੇ ਆਇਆ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨੇ ਇੱਕ ਬੜੀ ਅਜੀਬ ਜਿਹੀ ਸਮੱਸਿਆ ਦੱਸੀ ਆ, ਜਿਹਦਾ ਸਾਹਮਣਾ ਤੁਹਾਡੇ ਨਾਲ ਵੀ ਹੋ ਸਕਦਾ ਜੇ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾਂਦੇ ਆ, ਤਾਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ। ਟ੍ਰੇਲ ਦੇ ਵਿੱਚ ਜਾਂਦੇ ਸੀ, ਡਿੱਗ ਪਿਆ, ਉਹਦਾ ਜਿਹੜਾ ਜਬਾੜਾ ਸੀ, ਜਿਹੜੀ ਆ ਗੱਲ ਵਾਲੀ ਬੋਨ ਸੀ, ਚੀਕ ਬੋਨ ਸੀ, ਉਹਦੇ ਅੱਖ ਦੇ ਆਲੇ ਦੁਆਲੇ ਦੀਆਂ ਜਿਹੜੀਆਂ ਹੱਡੀਆਂ ਸੀਗੀਆਂ ਉਹ ਟੁੱਟ ਗਈਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਇਆ ਸੀ। ਹੁਣ ਉਹਦੀ ਸਰਜਰੀ ਹੋਣੀ ਸੀ। ਸਰਜਰੀ ਕਰਨ ਦੇ ਲਈ ਜਦੋਂ ਹਸਪਤਾਲ ਦੇ ਵਿੱਚ ਗਿਆ, ਉਹ ਕਹਿੰਦੇ ਵੀ ਤੁਹਾਡੀ ਸਰਜਰੀ ਨਹੀਂ ਅਸੀਂ ਕਰ ਸਕਦੇ, ਕਿਉਂਕਿ ਤੁਸੀਂ ਕੁਆਲੀਫਾਈ ਨਹੀਂ ਕਰਦੇ। ਭਾਵ ਕੁਬੈਕ ਤੋਂ ਆਏ ਆ। ਪੈਟਰਿਕ ਬਲੈਂਗੀਅਰ ਇਹਦਾ ਨਾਂ ਆ, 23 ਸਾਲ ਇਹਦੀ ਉਮਰ ਆ, ਅਤੇ ਦੱਸਦੇ ਕੁਬੈਕ ਦਾ ਰਹਿਣ ਵਾਲਾ ਆ। ਅਤੇ ਉਹ ਕਹਿੰਦਾ ਮੈਨੂੰ ਬੜਾ ਮਾਣ ਸੀ ਇਸ ਗੱਲ ਦੇ ਉੱਤੇ ਕਿ ਜਿਹੜਾ ਯੂਨੀਵਰਸਲ ਹੈਲਥ ਕੇਅਰ ਸਿਸਟਮ ਆ ਸਾਡਾ ਕੈਨੇਡਾ ਦਾ, ਇਹ ਬੈਸਟ ਸਿਸਟਮ ਆ, ਅਤੇ ਮੈਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਵੀ ਤੁਹਾਡੀ ਟਰੀਟਮੈਂਟ ਨਹੀਂ ਕੀਤੀ ਜਾਣੀ। ਇੱਥੇ ਤਾਂ ਜਿਹੜਾ ਬੰਦਾ ਇੱਥੇ ਦਾ PR ਨਾ ਵੀ ਹੋਵੇ, ਉਹਨੂੰ ਵੀ ਆਪਾਂ ਸੁਣਦੇ ਹਾਂ ਵੀ ਪਹਿਲਾਂ ਡਾਕਟਰ ਇਲਾਜ ਕਰਦੇ ਆ, ਅਤੇ ਬਾਅਦ ਦੇ ਵਿੱਚ ਉਹਦਾ ਬਿੱਲ ਦੱਸਦੇ ਵੀ ਤੇਰਾ ਬਿੱਲ ਕਿੱਥੇ ਆ ਜਾਂ ਕੀ ਦੇਣਾ। ਸਭ ਤੋਂ ਪਹਿਲਾਂ ਬੰਦੇ ਦਾ ਇਲਾਜ ਕੀਤਾ ਜਾਂਦਾ ਜਿਹਦੇ ਸੱਟ ਲੱਗੀ ਹੁੰਦੀ ਹੈ, ਅਤੇ ਉਹ ਕਹਿੰਦਾ ਮੇਰਾ ਇਲਾਜ ਨਹੀਂ ਕੀਤਾ, ਮੇਰੀ ਸਰਜਰੀ ਨਹੀਂ ਕੀਤੀ। ਉਹ ਇਸ ਗੱਲ ਤੋਂ ਦੁਖੀ ਆ।
ਉਹ ਤੇ ਉਹਦੀ ਗਰਲਫ੍ਰੈਂਡ ਇੱਥੇ ਆਏ ਸੀ, ਟ੍ਰੇਲ ਦੇ ਵਿੱਚ ਘੁੰਮਦੇ ਸੀਗੇ ਸਨ ਪੀਕਸ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ। 10 ਜੂਨ ਸ਼ਾਮ ਨੂੰ ਉਹ ਕਹਿੰਦੇ ਆ ਵੀ ਉਹ ਜਿਹੜਾ ਡਿੱਗ ਪਿਆ ਤੇ ਉਹਨੂੰ ਪਤਾ ਨਹੀਂ ਲੱਗਿਆ ਤੇ ਉਹਦਾ ਜਿਹੜਾ ਸੱਟ ਉਹਦੇ ਲੱਗ ਗਈ। ਉਹਦੇ ਤੋਂ ਬਾਅਦ ਐਂਬੂਲੈਂਸ ਆਈ, ਐਂਬੂਲੈਂਸ ਉਹਨੂੰ ਜਿਹੜਾ ਰਾਇਲ ਹਸਪੀਟਲ ਆ ਕੈਮਲੂਪਸ ਦੇ ਵਿੱਚ ਉੱਥੇ ਲੈ ਗਈ। ਅੱਧੀ ਰਾਤ ਦਾ ਸਮਾਂ ਸੀ, ਅੱਧੀ ਰਾਤ ਦੇ ਨੇੜੇ ਉੱਥੇ ਗਿਆ ਤੇ ਸਰਜਨ ਉੱਥੇ ਕਹਿੰਦੇ ਕੋਈ ਵੀ ਅਵੇਲੇਬਲ ਨਹੀਂ ਸੀ ਸੈਟਰਡੇ ਨੂੰ। ਸੋ ਉਹਨੂੰ ਡਿਸਚਾਰਜ ਕਰਤਾ, ਦਵਾਈਆਂ ਦਵੂਈਆਂ ਦੇ ਕੇ, ਓਪੀਓਡ ਕੰਟੇਨਿੰਗ ਡਰੱਗ ਸੀਗੀਆਂ ਜਿਹੜੀਆਂ ਵੀ ਭਾਈ ਖਾ ਕੇ ਤੂੰ ਆਪਣੀ ਪੇਨ ਨੂੰ ਮੈਨੇਜ ਕਰ ਤੇ ਘਰ ਨੂੰ ਜਾ। ਅਗਲੀ ਸਵੇਰ ਹੋਈ ਉਹ ਜਾਂਦਾ, ਉੱਥੇ ਦੁਬਾਰਾ ਗਏ ਉੱਥੇ ਹਸਪੀਟਲ ਦੇ ਵਿੱਚ ਸਰਜਰੀ ਦੇ ਲਈ, ਪਰ ਉਹਨੂੰ ਕਹਿੰਦੇ ਜਿਹੜਾ ਜਦੋਂ ਉਹਦੀ ਸਰਜਰੀ ਦੇ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਸਰਜਨ ਨੇ ਉਹਦੇ ਪ੍ਰੋਸੀਜਰ ਨੂੰ ਕੈਂਸਲ ਕਰਤਾ ਵੀ ਭਾਈ ਤੇਰੀ ਸਰਜਰੀ ਇੱਥੇ ਨਹੀਂ ਹੋ ਸਕਦੀ। ਉਹਨੇ ਕਿਹਾ ਵੀ ਹਸਪੀਟਲ ਤੇਰੀ ਸਰਜਰੀ ਨਹੀਂ ਕਰ ਸਕਦਾ, ਕਿਉਂਕਿ ਉਹਨੇ ਕਿਹਾ ਵੀ ਮੇਰੀ ਸਰਜਰੀ ਇਸ ਕਰਕੇ ਹਸਪੀਟਲ ਨੇ ਨਹੀਂ ਕੀਤੀ ਕਿਉਂਕਿ ਮੈਂ ਕੁਬੈਕ ਤੋਂ ਆਇਆ। ਹੁਣ ਮਾਮਲਾ ਕੀ ਆ ਕਿ ਉਹਦੇ ਕੋਲ ਪ੍ਰੋਵਿੰਸ਼ੀਅਲ ਹੈਲਥ ਕੇਅਰ ਜਿਹੜਾ ਹੈਲਥ ਕਾਰਡ ਹੈ ਨਹੀਂ, ਜਿੱਦਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ MSP ਕਾਰਡ ਹੁੰਦਾ ਆਪਣੇ ਕੋਲ, ਉਹ ਕਹਿੰਦੇ ਤੇਰੇ ਕੋਲ ਇਹ ਹੈ ਨਹੀਂ ਤੇ ਇਸ ਕਰਕੇ ਤੇਰੀ ਸਰਜਰੀ ਨਹੀਂ ਹੋ ਸਕਦੀ। ਉਹ ਕਹਿੰਦਾ ਮੈਨੂੰ ਬੜਾ ਝਟਕਾ ਲੱਗਾ ਇਸ ਗੱਲ ਦਾ ਵੀ ਮੈਂ ਤਾਂ ਇਹ ਕੋਈ ਇਹਦੀ ਤੁੱਕ ਬਣਦੀ ਨਹੀਂ ਇਹ ਕਿ ਮੈਨੂੰ ਇਹ ਕਹਿ ਕੇ ਮੇਰੀ ਸਰਜਰੀ ਰੋਕ ਦਿੱਤੀ ਜਾਵੇ ਕਿ ਭਾਈ। ਹੁਣ ਉਹਦੇ ਤੋਂ ਬਾਅਦ ਕਹਿੰਦੇ ਰੌਲਾ ਬਿਲਿੰਗ ਦਾ ਆ ਕਿ ਇਹਦੀ ਪੇਮੈਂਟ ਕਿਹਨੇ ਕਰਨੀ ਹੈ, ਕਿਉਂਕਿ ਉਹ MSP ਤਾਂ ਹੈ ਨਹੀਂ ਇੱਥੇ। ਡਾਕਟਰ ਜਿਹੜਾ ਸਰਜਨ ਆ, ਜਿਹੜਾ ਸਰਜਰੀ ਕਰ ਰਿਹਾ, ਉਹਨੂੰ ਪੈਸੇ ਤਾਂ ਮਿਲਣੇ ਆ ਜੇ ਗਾਂ ਉਹ ਬਿੱਲ MSP ਦਾ ਆਪਣੇ ਪ੍ਰੋਵਿੰਸ ਨੂੰ ਭੇਜੂਗਾ। ਪ੍ਰੋਵਿੰਸ ਨੂੰ ਭੇਜ ਨਹੀਂ ਸਕਦਾ ਕਿਉਂਕਿ ਪ੍ਰੋਵਿੰਸ ਦਾ ਉਹ ਬਸ਼ਿੰਦਾ ਨਹੀਂ ਆ। ਤੇ ਉਹ ਕਹਿੰਦੇ ਉਹਨੂੰ ਦਵਾਈ ਦੇ ਕੇ ਤੇ ਉਹਨਾਂ ਨੇ ਕਿਹਾ ਵੀ ਤੂੰ ਭਾਈ ਵਾਪਸ ਜਾ ਤੇ ਕੁਬੈਕ ਦੇ ਵਿੱਚ ਜਾ ਕੇ ਸਰਜਰੀ ਕਰਵਾ ਲਾ। ਹੁਣ ਉਹਦੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਵੀ ਹੈਗਾ ਆ। ਆਪਾਂ ਜਦੋਂ ਕਿਸੇ ਦੂਜੇ ਦੇਸ਼ ਦੇ ਵਿੱਚ ਜਾਂਦੇ ਆ ਤਾਂ ਉੱਥੇ ਇੰਸ਼ੋਰੈਂਸ, ਸਾਡੇ ਟਰੈਵਲ ਇੰਸ਼ੋਰੈਂਸ ਸਾਡੇ ਕੋਲ ਹੁੰਦਾ, ਉਹਦੇ ਨਾਲ ਪੇ ਕਰ ਦਿੰਦੇ। ਉਹ ਤਾਂ ਦੂਜੇ ਦੇਸ਼ ਦੇ ਵਿੱਚ ਵੀ ਨਹੀਂ ਗਿਆ, ਉਹ ਤਾਂ ਦੂਜੇ ਪ੍ਰੋਵਿੰਸ ਦੇ ਵਿੱਚ ਆਇਆ, ਕੁਬੈਕ ਤੋਂ ਚੱਲ ਕੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਇਆ ਤੇ ਸਰਜਨ ਨੇ ਰਿਜੈਕਟ ਕਰ ਦਿੱਤਾ ਉਹਦੀ ਇਸ ਆਪਸ਼ਨ ਨੂੰ ਵੀ ਕਿ ਉਹਨੂੰ ਪਹਿਲਾਂ ਆਪਣੇ ਹਸਪਤਾਲ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਪਊਗੀ, ਫਿਰ ਉਹ ਦੱਸ ਸਕਦਾ ਹੈ ਵੀ ਤੇਰੀ ਸਰਜਰੀ ਹੋਣੀ ਹੈ ਕਿ ਨਹੀਂ ਹੋਣੀ। ਤੇ ਅੱਗੇ ਉਹ ਕਹਿੰਦਾ ਵੀਕਐਂਡ ਸੀ ਤੇ ਸਰਜਰੀ ਉਹ ਕਹਿੰਦੇ ਵੀ ਤੇਰੀ ਅੱਜ ਨਹੀਂ ਹੋ ਸਕਦੀ ਤੇ ਬਿਹਤਰ ਆ ਤੂੰ ਫਲਾਈ ਬੈਕ ਕਰ ਤੇ ਕੁਬੈਕ ਸਿਟੀ ਦੇ ਵਿੱਚ ਜਾ ਕੇ ਤੇ ਉੱਥੇ ਸਰਜਰੀ ਕਰਾ ਲਾ। ਤੇ 10 ਦਿਨ ਦੀ ਉਹ ਕਹਿੰਦੇ ਉਹਨੂੰ ਵਿੰਡੋ ਦੇ ਦਿੱਤੀ ਕਿ 10 ਦਿਨਾਂ ਦੇ ਵਿੱਚ ਜਾ ਕੇ ਤੂੰ ਆਪਣਾ ਇਹ ਸਰਜਰੀ ਕਰਵਾ ਸਕਦਾ ਹੈ। ਤੇ ਇਸ ਗੱਲ ਨੂੰ ਉਹ ਕਹਿੰਦਾ ਵੀ ਮੈਂ ਬਹੁਤ ਪਰੇਸ਼ਾਨ ਆ ਵੀ ਮੇਰਾ ਚਿਹਰਾ ਟੁੱਟਿਆ ਪਿਆ, ਹੱਡੀਆਂ ਟੁੱਟੀਆਂ ਪਈਆਂ ਤੇ ਦੇ ਬਾਵਜੂਦ। ਉਹਦੇ ਫਿਰ ਮਾਤਾ ਪਿਤਾ ਜਿਹੜੇ ਸੀਗੇ ਉੱਥੋਂ ਕੁਬੈਕ ਤੋਂ ਇੱਥੇ ਕੈਮਲੂਪਸ ਦੇ ਵਿੱਚ ਆ ਗਏ ਤੇ ਉਹਨਾਂ ਨੇ ਇੱਥੇ ਆ ਕੇ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ, ਜਿਹੜੇ ਇੰਟੀਰੀਅਰ ਹੈਲਥ ਅਥਾਰਟੀ ਆ ਉਹਨਾਂ ਦੇ ਨਾਲ, ਪਰ ਗੱਲਬਾਤ ਬਣੀ ਨਹੀਂ। ਉਹ ਕਹਿੰਦੇ ਵੀ ਸਾਡਾ ਜਿਹੜਾ ਬੇਸਿਕ ਰਾਈਟ ਆ ਕੈਨੇਡੀਅਨ ਦਾ, ਉਹਨੂੰ ਤੁਸੀਂ ਉਹਨੂੰ ਗਲਤ ਕਰ ਰਹੇ ਆ। ਫਿਰ ਉਹਦੇ ਤੋਂ ਬਾਅਦ ਉਹ ਕਹਿੰਦੇ ਉਹ ਸਰਜਨ ਦੇ ਪ੍ਰਾਈਵੇਟ ਕਲੀਨਿਕ ਦੇ ਵਿੱਚ ਗਏ, ਇਨਫੋਰਮੇਸ਼ਨ ਦਿੱਤੀ ਉੱਥੇ ਫੈਮਿਲੀ ਦੇ ਵੀ ਜੇ ਸਰਜਰੀ ਹੁੰਦੀ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਪੇ ਕਰਨ ਨੂੰ ਵੀ ਤਿਆਰ ਹਾਂ। ਸਾਡਾ ਫੇਸ਼ੀਅਲ ਫ੍ਰੈਕਚਰ ਹੋਇਆ, ਉਹਨੂੰ ਦਰਦ ਇੰਨੀ ਜ਼ਿਆਦਾ ਹੋ ਰਹੀ ਸੀ, ਪਰ ਉਹਦੀ ਕਿਉਂਕਿ ਉਹਦਾ ਜਿਹੜਾ ਮਸਲਾ ਇਹ ਸੀ ਕਿ ਉਹਨੂੰ ਇਹ ਕਹਿ ਦਿੱਤਾ, ਉਹਨੇ ਜਦੋਂ ਪ੍ਰਾਈਵੇਟ ਇੰਸ਼ੋਰੈਂਸ ਦੇ ਨਾਲ ਆਪਣੇ ਗੱਲ ਕੀਤੀ ਉੱਥੇ, ਹੁਣ ਉਹ ਵੀ ਇੰਸ਼ੋਰੈਂਸ ਵਾਲੇ ਵੀ ਹੱਥ ਪਿੱਛੇ ਖਿੱਚ ਰਹੇ ਆ ਵੀ ਜਦੋਂ ਤੁਹਾਨੂੰ ਉਹਨਾਂ ਨੇ ਡਾਕਟਰ ਨੇ ਕਹਿ ਦਿੱਤਾ ਕਿ 10 ਦਿਨ ਦੇ ਵਿੱਚ ਜਾ ਕੇ ਤੁਸੀਂ ਕੁਬੈਕ ਦੇ ਵਿੱਚ ਸਰਜਰੀ ਕਰਾ ਲਓ ਤੇ ਤੁਸੀਂ ਬਾਹਰੋਂ ਸਰਜਰੀ ਕਿਉਂ ਕਰਵਾਓਗੇ, ਤੁਸੀਂ ਵਾਪਸ ਆ ਕੇ ਇੱਥੇ ਸਰਜਰੀ ਕਰਾ ਲਓ। ਸੋ ਹੁਣ ਇਹ ਮਾਮਲਾ ਕਾਫੀ ਗੰਭੀਰ ਹੋਇਆ ਆ। ਸਰਜਰੀ ਹੋ ਗਈ ਉਹਦੀ, ਬਾਅਦ ਦੇ ਵਿੱਚ ਉੱਥੇ ਪ੍ਰਾਈਵੇਟ ਉਹਨਾਂ ਨੇ ਕਿਸੇ ਤੋਂ ਕਰਵਾ ਲਈ ਤੇ ਪਰ ਉਹ ਇਸ ਗੱਲ ਬਾਰੇ ਬਹੁਤ ਜਿਹੜੇ ਨਿਰਾਸ਼ ਨੇ ਇਸ ਗੱਲ ਤੋਂ ਕਿ ਇਹ ਜਿਹੜੀ ਟੋਟਲੀ ਇਨਕੰਪੀਟੈਂਸ ਆ ਇਸ ਸਾਰੇ ਸਿਸਟਮ ਦੀ, ਹਸਪੀਟਲ ਦੀ ਫੇਲਰ ਆ ਕਿ ਜਿਹੜਾ ਕੈਨੇਡੀਅਨ ਹੈਲਥ ਕੇਅਰ ਸਿਸਟਮ ਦੇ ਵਿੱਚ ਕਿ ਕਿਸੇ ਵਿਅਕਤੀ ਦਾ ਇਲਾਜ ਕਰਨ ਤੋਂ ਇਸ ਕਰਕੇ ਨਾ ਕਰ ਦਿੱਤੀ। ਉਹ ਕਹਿੰਦਾ ਮੇਰੇ ਨਾਲ ਸਾਫ਼ ਤੌਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋਈ ਹੈ ਕਿਉਂਕਿ ਮੈਂ ਕੁਬੈਕ ਤੋਂ ਆਇਆ। ਕੀ ਕਾਰਨ ਆ ਹੁਣ ਇਹਦੀ ਜਾਂਚ ਪੜਤਾਲ ਅੱਗੇ ਹੁੰਦੀ ਆ। ਉਹ ਕਹਿੰਦਾ ਵੀ ਮੈਂ ਇਹਦੀ ਜਿਹੜਾ ਜਿਹੜਾ ਉਹਨਾਂ ਦਾ ਬਿਲਿੰਗ ਐਗਰੀਮੈਂਟ ਆ ਇੱਕ ਫਿਜ਼ੀਸ਼ੀਅਨਸ ਦੇ ਨਾਲ, ਜਿਹਦੇ ਵਿੱਚ ਪ੍ਰੋਵਿੰਸ ਤੇ ਹੋਰ ਟੈਰੀਟਰੀਜ਼ ਇਨਵੋਲਵ ਹੁੰਦੀਆਂ ਆ। ਕੁਛ ਪ੍ਰੋਵਿੰਸ ਦੇ ਵਿੱਚ ਜਾ ਕੇ ਤੁਸੀਂ ਇੱਦਾਂ ਕਰ ਸਕਦੇ ਹੋ, ਕੁਛ ਪ੍ਰੋਵਿੰਸ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਸਕਦੀਆਂ। ਡਾਕਟਰ ਨੂੰ ਪੈਸੇ ਤਾਂ ਹੀ ਮਿਲਣੇ ਆ ਜੇਕਰ ਜਿਹੜਾ ਪੇਸ਼ੈਂਟ ਆ BC ਦਾ ਰੈਜ਼ੀਡੈਂਟ ਆ, ਤੇ ਕੁਬੈਕ ਦਾ ਰੈਜ਼ੀਡੈਂਟ ਜਿਹੜਾ ਉਹਨੂੰ ਮੈਡੀਕਲ ਕੇਅਰ BC ਦੇ ਵਿੱਚ ਜੇ ਚਾਹੀਦੀ ਆ ਤਾਂ ਡਾਕਟਰ MSP ਨੂੰ ਬਿੱਲ ਕਰਨ ਦੇ ਲਈ ਉਹ ਯੋਗ ਨਹੀਂ ਆ, ਤੇ ਜੇ ਉਹ ਨਹੀਂ ਆ ਤੇ ਉਹਨਾਂ ਨੂੰ ਕੋਈ ਵੀ ਪੈਸੇ ਦਾ ਨਹੀਂ ਮਿਲਣਾ ਤੇ ਇਹਦਾ ਮਤਲਬ ਉਹ ਸਰਜਰੀ ਕਰਨ ਤੋਂ ਨਾ ਕਰ ਰਹੇ ਆ। ਦੂਜੇ ਪਾਸੇ ਜਿਹੜੇ ਫਿਜ਼ੀਸ਼ੀਅਨ ਕੁਬੈਕ ਦੇ ਵਿੱਚ ਸਰਵਿਸ ਪ੍ਰੋਵਾਈਡ ਕਰਦੇ ਆ ਉਹ ਜਾਂ ਤਾਂ ਪ੍ਰੋਵਿੰਸ ਨੂੰ ਬਿੱਲ ਕਰ ਸਕਦੇ ਆ ਜਾਂ ਜਿਹੜਾ ਉਹ ਪੇਸ਼ੈਂਟ ਨੂੰ ਵੀ ਬਿੱਲ ਕਰ ਸਕਦੇ ਆ, ਜਿਹੜਾ ਕਿ ਬਾਅਦ ਦੇ ਵਿੱਚ ਉਹ ਆਪਣੀ ਇੰਸ਼ੋਰੈਂਸ ਤੋਂ ਰੀਇੰਬਰਸ ਕਰ ਸਕਦਾ, ਉਹਨਾਂ ਤੋਂ ਪੈਸੇ ਵਾਪਸ ਲੈ ਸਕਦਾ। ਸੋ ਥੋੜ੍ਹਾ ਜਿਹਾ ਇਸ ਗੱਲ ਦਾ ਖਿਆਲ ਰੱਖਿਆ ਜਾਵੇ। ਇਸ ਵਿਅਕਤੀ ਤੋਂ ਸਿੱਖਣ ਵਾਲੀ ਗੱਲ ਇਹ ਆ ਕਿ ਜੇ ਤੁਸੀਂ ਦੂਜੇ ਦੇਸ਼ ਵਿੱਚ ਜਾਂਦੇ ਉੱਥੇ ਤਾਂ ਸ਼ਾਇਦ ਤੁਹਾਡਾ ਇੰਸ਼ੋਰੈਂਸ ਕਵਰ ਕਰ ਦੇਵੇ ਤੇ ਤੁਹਾਡਾ ਇਲਾਜ ਉੱਥੇ ਸਹੀ ਸਲਾਮਤ ਹੋ ਜਾਵੇ, ਪਰ ਜੇ ਕੈਨੇਡਾ ਦੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਂਦੇ ਆ ਤਾਂ ਉੱਥੇ ਸਮੱਸਿਆ ਆ ਸਕਦੀ ਆ ਜਿਸ ਤਰ੍ਹਾਂ ਇਸ ਵਿਅਕਤੀ ਨੂੰ ਆਈ ਆ।
ਉਹ ਇੱਥੇ ਜ਼ਖਮੀ ਪਿਆ ਆ, ਹਸਪਤਾਲ ਇਲਾਜ ਨਹੀਂ ਕਰ ਰਿਹਾ, ਉਹਦੇ ਮਾਂ ਪਿਓ ਕੁਵਿਕ ਤੋਂ ਇੱਥੇ ਆ ਜਾਂਦੇ ਕੈਮਲੂਪਸ ਦੇ ਵਿੱਚ, ਤੇ ਉਹ ਇੰਸ਼ੋਰੈਂਸ ਤੋਂ ਪੇ ਕਰਨ ਨੂੰ ਵੀ ਤਿਆਰ ਆ, ਤੇ ਉਹ ਕਹਿੰਦੇ ਡਾਲਰ ਵੀ 2500-2600 ਦਾ ਲੱਗਿਆ ਸੀਗਾ, ਤੇ ਜਿਹੜਾ ਕਿ ਉਹਨੂੰ ਜਾ ਕੇ ਉੱਥੋਂ ਰੀਇੰਬਰਸ ਵੀ ਹੋ ਜਾਣਾ। ਪਰ ਤਕਨੀਕੀ ਕਾਰਨਾਂ ਕਰਕੇ ਜਿਹੜੇ ਇੱਥੋਂ ਦੇ ਡਾਕਟਰ ਆ ਉਹ ਇਲਾਜ ਨਹੀਂ ਕਰਦੇ, ਕਿਉਂਕਿ ਇਹਨਾਂ ਡਾਕਟਰਾਂ ਨੂੰ ਪੈਸੇ ਗਾਂ ਤਾਂ ਮਿਲਣੇ ਆ ਜੇਕਰ ਉਹ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਆ। ਸੋ ਇਸ ਸਮੱਸਿਆ ਤੋਂ ਜਿਹੜਾ ਇਹ ਸਮੱਸਿਆ ਖਾਸ ਤੌਰ 'ਤੇ ਇਸ ਬਲੈਂਜਰ ਨਾਂ ਦੇ ਵਿਅਕਤੀ ਨੂੰ ਆਈ ਆ, ਇਹਦੇ ਤੋਂ ਕਾਫੀ ਕੁਛ ਸਾਨੂੰ ਸਿੱਖਣ ਦੀ ਵੀ ਲੋੜ ਆ। ਪਿਛਲੇ ਦਿਨਾਂ ਦੇ ਵਿੱਚ ਏਅਰਲਾਈਨਸ ਦੇ ਵਿੱਚ ਹੋ ਰਹੀ ਦੇਰੀ ਚਰਚਾ ਦਾ ਵਿਸ਼ਾ ਬਣੀ ਆ। ਲੋਕਾਂ ਦਾ ਸਮਾਨ ਨਹੀਂ ਲੱਭ ਰਿਹਾ। ਕੱਲੀ ਏਅਰ ਕੈਨੇਡਾ ਨੇ 150 ਦੇ ਕਰੀਬ ਫਲਾਈਟਾਂ ਰੋਜ਼ ਕੈਂਸਲ ਕੀਤੀਆਂ ਆ ਕਿ ਸਾਡੇ ਕੋਲ ਸਟਾਫ ਹੈ ਨਹੀਂ, ਅਸੀਂ ਫਲਾਈਟਾਂ ਨਹੀਂ ਲੈ ਕੇ ਜਾ ਸਕਦੇ। ਸਮਾਨਾਂ ਜਿਹੜਾ ਲੋਕਾਂ ਦਾ ਲਗੇਜ ਆ ਉਹਦੇ ਢੇਰ ਲੱਗੇ ਆ, ਲੋਕਾਂ ਨੂੰ ਆਪਣਾ ਸਮਾਨ ਨਹੀਂ ਲੱਭ ਰਿਹਾ, ਤੇ ਕਈ ਥਾਵਾਂ ਦੇ ਉੱਤੇ ਏਅਰਪੋਰਟਸ ਦੇ ਉੱਤੇ ਲੋਕ ਉਡੀਕਦੇ ਆ, ਉਹਨਾਂ ਨੂੰ ਆਪਣਾ ਸਮਾਨ ਨਹੀਂ ਮਿਲ ਰਿਹਾ। ਕੋਈ ਬੰਦਾ 3 ਦਿਨ ਦੇ ਟ੍ਰਿਪ ਦੇ ਉੱਤੇ ਇੱਕ ਸੂਬੇ ਤੋਂ ਦੂਜੇ ਸੂਬੇ ਜਾਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਾਂਦਾ, ਤੇ ਉਹਦਾ ਸਮਾਨ 10ਵੇਂ ਦਿਨ ਉੱਥੇ ਪਹੁੰਚਦਾ ਆ। ਲੋਕ ਇਸ ਵੇਲੇ ਬਹੁਤ ਪਰੇਸ਼ਾਨ ਨੇ। ਇਸੇ ਤਰ੍ਹਾਂ ਦੀ ਇੱਕ ਵਿਅਕਤੀ ਨੇ ਆਪਣਾ ਤਜਰਬਾ, ਆਪਣਾ ਅਨੁਭਵ ਸਾਂਝਾ ਕੀਤਾ ਆ। ਕੈਲੀ ਲੇਇੰਗ ਉਹਨੇ ਫਲਾਈ ਕੀਤਾ ਟੋਰਾਂਟੋ ਤੋਂ ਸੇਂਟ ਜੌਨਸ ਦੇ ਲਈ, ਨਿਊ ਬਰਨਸਵਿਕ ਦੇ ਵਿੱਚ ਜਿਹੜਾ ਸ਼ਹਿਰ ਆ ਸੇਂਟ ਜੌਨਸ, ਤੇ ਉੱਥੇ ਲਾਸਟ ਮੰਥ ਦੀ ਇਹ ਗੱਲ ਆ। ਫਲਾਈਟ ਉਹਨੇ ਲਈ ਆ ਉੱਥੋਂ, ਤੇ ਜਦੋਂ ਇੱਥੇ ਉਹ ਆਏ ਆ ਤਾਂ ਉਹਦੇ ਤੋਂ ਬਾਅਦ ਉਹਦਾ ਸਮਾਨ ਗੁਆਚ ਗਿਆ। ਪਰ ਤਰੀਕਾ ਉਹਨਾਂ ਨੇ ਇੱਕ ਹੋਰ ਦੱਸਿਆ ਸਮਾਨ ਲੱਭਣ ਦਾ। ਤਰੀਕਾ ਇਹ ਆ, ਉਹਨਾਂ ਨੇ ਜਿਹੜੀ ਆਪਣੀ ਗੱਲ ਅਸਲ ਦੇ ਵਿੱਚ ਦੁੱਖ ਆਪਣਾ ਇਹ ਦੱਸਿਆ ਕਿ 1 ਘੰਟਾ ਜਿਹੜੀ 1.5 ਘੰਟੇ ਦੀ ਫਲਾਈਟ ਸੀ, ਉੱਥੇ ਪਹੁੰਚ ਗਏ, ਜਾ ਕੇ ਦੇਖਿਆ ਵੀ ਇੱਕ ਸਮਾਨ ਉਹ ਜਿਹੜਾ ਲਗੇਜ ਇੱਕ ਦਿੱਤਾ ਸੀ, ਚੈੱਕ ਇਨ ਕੀਤਾ ਸੀ, ਉਹ ਇੱਥੇ ਆ ਕੇ ਨਿਊ ਬਰਨਸਵਿਕ ਦੇ ਵਿੱਚ ਉਡੀਕ ਕਰਨ ਲੱਗ ਪਿਆ ਤੇ ਆਇਆ ਨਹੀਂ। ਹੁਣ ਸੇਂਟ ਜੌਨ ਦੇ ਵਿੱਚ ਲੈਂਡ ਕੀਤੇ ਆ, ਤੇ ਉਹਦੇ ਤੋਂ ਬਾਅਦ ਬੈਗੇਜ ਵੱਲ ਜਦੋਂ ਜਾਂਦੇ ਆ ਸਮਾਨ ਉੱਥੇ ਆਉਂਦਾ ਨਹੀਂ, ਤੇ ਉਹ ਉਡੀਕਦੇ ਆ ਥੋੜ੍ਹਾ ਚਿਰ, ਬਾਅਦ ਦੇ ਵਿੱਚ ਦੇਖਦੇ ਆ ਵੀ ਸਾਰੇ ਹੀ ਚਲੇ ਗਏ ਤੇ ਇਕੱਲੇ ਉਹੀ ਉੱਥੇ ਖੜ੍ਹੇ ਆ। ਉੱਥੇ ਮੈਮੋਰੀਅਲ ਕੱਪ ਹੋਣਾ ਸੀ ਸੇਂਟ ਜੌਨ ਦੇ ਵਿੱਚ, ਜਿਹੜਾ ਹਾਕੀ ਦਾ ਬਹੁਤ ਵੱਡਾ ਟੂਰਨਾਮੈਂਟ ਆ, ਜਿਹਦੇ ਲਈ ਇਹ ਉੱਥੇ ਗਏ ਸੀ। ਤਾਂ ਉਹਦੇ ਤੋਂ ਬਾਅਦ ਹੋਇਆ ਇਹ ਕਿ ਉਹਨਾਂ ਨੇ ਇਹ ਦੇਖਿਆ ਕਿ ਇੱਕ ਜਿਹੜਾ ਐਪਲ ਏਅਰ ਟੈਗ ਆ ਉਹ ਉਹਨਾਂ ਨੇ ਸਮਾਨ ਨੂੰ ਲਾ ਦਿੱਤਾ ਸੀ। ਮਤਲਬ ਕੀ ਆ, ਹੁਣ ਇੱਕ ਜਿਹਦਾ ਛੱਲਾ ਜਿਹਾ ਹੁੰਦਾ ਨਾ, ਜਿਵੇਂ ਟੈਗ ਆ ਇੱਕ ਐਪਲ ਦੇ, ਜਿਵੇਂ ਫੋਨ ਆ ਆਈਫੋਨ, ਇੱਦਾਂ ਦੇ ਟੈਗ ਆਉਂਦੇ ਆ। ਇੱਕ ਛੋਟੀ ਜਿਹੀ ਚੀਜ਼ ਆ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਆ। ਆਮ ਤੌਰ 'ਤੇ ਲੋਕ ਸਮਾਨ ਦੇ ਵਿੱਚ ਰੱਖ ਦਿੰਦੇ ਜਾਂ ਉਹਦੇ ਨਾਲ ਲਾ ਦਿੰਦੇ ਤਾਂ ਕਿ ਉਹਨੂੰ ਪਤਾ ਲੱਗਦਾ ਰਹੇ ਵੀ ਸਾਡਾ ਸਮਾਨ ਕਿੱਥੇ ਆ। ਉਹ ਏਅਰ ਟੈਗ ਉਹਨੇ ਉਹਦੇ ਵਿੱਚ ਰੱਖਿਆ ਸੀ, ਆਪਣੇ ਅਟੈਚੀ ਦੇ। ਉਹ ਉਹਦੇ ਵਿੱਚ ਰੱਖਿਆ ਸੀ, ਤੇ ਜਦੋਂ ਉਹਨੇ ਆਪਣਾ ਫੋਨ ਕੱਢ ਕੇ, ਉਹ ਤੁਸੀਂ ਜਦੋਂ ਆਪਣੇ ਫੋਨ ਦੇ ਉੱਤੋਂ ਦੇਖਦੇ ਆ ਤਾਂ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਮੇਰਾ ਇਹ ਸਮਾਨ ਇਸ ਵੇਲੇ ਕਿੱਥੇ। ਮਤਲਬ ਕਿਸੇ ਵੀ ਚੀਜ਼ ਦੇ ਉੱਤੇ ਉਹਨੂੰ ਨਾ ਚਾਰਜ ਕਰਨ ਦੀ ਇੰਨੀ ਲੋੜ ਹੁੰਦੀ, ਲੰਬਾ ਸਮਾਂ ਉਹ ਚਾਰਜ ਕੀਤੇ ਕੱਢ ਜਾਂਦੇ, ਨਾ ਤੁਹਾਨੂੰ ਉਹਦੇ 'ਚ ਕੋਈ ਹੋਰ ਵਾਈਫਾਈ ਜਾਂ ਕੁਛ ਉਸ ਕਿਸਮ ਦਾ ਕੁਛ ਚਾਹੀਦਾ ਹੁੰਦਾ। ਜਦੋਂ ਤੁਸੀਂ ਉਹਨੂੰ ਲਾ ਦਿੰਦੇ ਹੋ ਤਾਂ ਤੁਸੀਂ ਉਹਨੂੰ ਟਰੈਕ ਕਰ ਸਕਦੇ ਆ। ਫੋਨ ਤੁਹਾਡਾ ਦੱਸ ਸਕਦਾ ਕਿ ਆਹ ਚੀਜ਼ ਇਸ ਵੇਲੇ ਉੱਥੇ ਪਈ ਹੈ। ਤੇ ਜਦੋਂ ਉਹਨੇ ਉੱਥੇ ਸਮਾਨ ਨਹੀਂ ਆਇਆ ਤੇ ਉਹਦੇ ਇੱਕਦਮ ਧਿਆਨ ਦੇ ਵਿੱਚ ਆਇਆ ਵੀ ਕਿਉਂ ਨਾ ਮੈਂ ਫੋਨ ਦੇ ਉੱਤੇ ਖੋਲ੍ਹ ਕੇ ਦੇਖਾਂ ਵੀ ਜਿਹੜਾ ਏਅਰ ਟੈਗ ਮੈਂ ਉਹਦੇ ਨਾਲ ਲਾਇਆ ਸੀ ਇਹ ਹੈ ਕਿੱਥੇ। ਤੇ ਜਦੋਂ ਉਹਨੇ ਦੇਖਿਆ ਉਹਦਾ ਸਮਾਨ ਅਜੇ ਟੋਰਾਂਟੋ ਹੀ ਸੀ, ਭਾਵ ਜਹਾਜ਼ ਉੱਥੇ ਪਹੁੰਚ ਗਿਆ ਪਰ ਉਹਦਾ ਸਮਾਨ ਅਜੇ ਟੋਰਾਂਟੋ ਹੀ ਤੁਰਿਆ ਫਿਰਦਾ ਸੀ। ਤੇ ਫਿਰ ਉਹ ਕਹਿੰਦੇ ਵੀ ਮੇਰੇ, ਕਿਉਂਕਿ ਗੋਲਫ ਖੇਡਦਾ ਸੀ ਇਹ ਬੰਦਾ, ਗੋਲਫ ਇਕੁਇਪਮੈਂਟ, ਗੋਲਫ ਦਾ ਸਮਾਨ ਜਿਹੜਾ ਹੁੰਦਾ ਬਹੁਤ ਕੀਮਤੀ ਹੁੰਦਾ, ਤੇ ਉਹ ਕਹਿੰਦੇ ਅਸੀਂ ਆਮ ਤੌਰ ਦੇ ਉੱਤੇ ਇਸ ਚੀਜ਼ ਦੀ ਏਅਰ ਟੈਗ ਦੀ ਵਰਤੋਂ ਕਰਦੇ ਹਾਂ। ਹੁਣ ਪਤਾ ਨਹੀਂ ਇਹਦੀ ਵਰਤੋਂ ਕਰਨੀ ਜਾਇਜ਼ ਆ ਜਾਂ ਜਾਇਜ਼ ਨਹੀਂ, ਪਰ ਉਹ ਕਹਿੰਦੇ ਵੀ ਮੈਂ ਇਹ ਏਅਰ ਟੈਗ ਨੂੰ ਉਹਦੇ ਉੱਤੇ ਲਾ ਦਿੱਤਾ ਤਾਂ ਕਿ ਮੈਨੂੰ ਪਤਾ ਰਹੇ। ਪਰ ਉਹ ਕਹਿੰਦੇ ਵੀ ਮਿਲਿਆ ਸਮਾਨ ਮੈਨੂੰ ਫਿਰ ਵੀ ਕਾਫੀ ਦਿਨਾਂ ਬਾਅਦ, ਪਰ ਮੈਂ ਰੋਜ਼ ਦੇਖ ਲੈਂਦਾ ਸੀ ਵੀ ਸਮਾਨ ਮੇਰਾ ਟੋਰਾਂਟੋ ਹੀ ਪਿਆ, ਉੱਥੋਂ ਹਿੱਲਿਆ ਕਿ ਨਹੀਂ ਹਿੱਲਿਆ, ਕਿਉਂਕਿ ਫੋਨ ਦੱਸ ਦਿੰਦਾ ਕਿ ਉਹ ਸਮਾਨ ਉੱਥੋਂ ਤੁਰ ਪਿਆ ਜਾਂ ਨਹੀਂ ਤੁਰ ਪਿਆ। ਟਿਕਟੌਕ ਦੇ ਉੱਤੇ ਨੇ ਵੀਡੀਓ ਵੀ ਬਣਾ ਕੇ ਆਪਣੀ ਬੈਗੇਜ ਬਾਰੇ ਦੱਸੀ ਆ। ਤੇ ਐਪਲ ਏਅਰ ਟੈਗ ਉਹ ਕਹਿੰਦਾ ਵੀ ਬਹੁਤ ਇੱਕ ਲਿਟਲ ਛੋਟਾ ਜਿਹਾ ਹੋਲਡਰ ਆ ਜਿਹੜਾ ਉਹਦੇ ਨਾਲ ਲਾ ਦਿੱਤਾ ਉਹਨੇ, ਤੇ ਚੀਜ਼ ਉਹ ਕਹਿੰਦੇ ਬਹੁਤ ਕੰਮ ਦੀ ਆ। ਘੱਟੋ ਘੱਟ ਤੁਹਾਨੂੰ ਤਸੱਲੀ ਹੋ ਜੂ ਵੀ ਤੁਹਾਡਾ ਸਮਾਨ ਹੈਗਾ ਆ ਤੇ ਉਹ ਫਲਾਣੀ ਥਾਂ ਦੇ ਉੱਤੇ ਪਿਆ ਆ, ਜਾਂ ਤੁਸੀਂ ਕਿਸੇ ਨੂੰ ਦੱਸ ਸਕਦੇ ਆ ਵੀ ਮੇਰਾ ਸਮਾਨ ਉੱਥੇ ਪਿਆ ਆ। ਛੋਟਾ ਜਿਹਾ ਜਿਹੜਾ ਇਹ ਆਈਫੋਨ ਜਾਂ ਕਿਸੇ ਵੀ ਸਮਾਰਟਫੋਨ ਦੇ ਨਾਲ ਡਿਟੈਕਟ ਹੋ ਜਾਂਦਾ ਆ। ਤੇ ਇਹ ਜਿਹੜਾ ਹੁਣ ਜਿੰਨੀਆਂ ਇਹ ਕੈਂਸਲ ਹੋਈਆਂ ਫਲਾਈਟਸ, ਜਿੰਨਾ ਕੁਝ ਸਮਾਨ ਦਾ ਇੱਧਰ ਉੱਧਰ ਅਫਰਾ ਤਫਰੀ ਫੈਲੀ ਆ, ਉਹ ਸਾਰੇ ਕੁਛ ਦੇ ਵਿੱਚ ਉਹ ਕਹਿੰਦਾ ਮੈਨੂੰ ਘੱਟੋ ਘੱਟ ਤਸੱਲੀ ਸੀਗੀ ਕਿ ਜਿਹੜੀ ਐਂਗਜ਼ਾਇਟੀ ਸੀਗੀ ਮੇਰੀ, ਘੱਟੋ ਘੱਟ ਮੈਨੂੰ ਪਤਾ ਸੀ ਕਿ ਮੇਰਾ ਸਮਾਨ ਉੱਥੇ ਪਿਆ ਆ। ਤੇ ਫਿਰ ਉਹ ਕਹਿੰਦਾ ਮੈਂ ਰੋਜ਼ ਜਦੋਂ ਦੇਖਦਾ ਸੀ ਤੇ ਫਿਰ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਇਹ ਜਿਹੜਾ ਆ ਸਮਾਨ ਉੱਥੋਂ ਤੁਰ ਪਿਆ, ਤੇ ਬਾਅਦ ਦੇ ਵਿੱਚ ਉਹ ਸਮਾਨ ਉਹਨੂੰ ਮਿਲ ਗਿਆ। ਵੱਖਰੇ ਵੱਖਰੇ ਤਰੀਕੇ, ਵੱਖਰੇ ਢੰਗ ਤਰੀਕੇ ਲੋਕ ਲੱਭ ਰਹੇ ਨੇ। ਉਹ ਕਹਿੰਦਾ ਏਅਰ ਕੈਨੇਡਾ ਨੇ ਨਾ ਮੈਨੂੰ ਕੋਈ ਈਮੇਲ ਕੀਤੀ, ਨਾ ਕੋਈ ਨੋਟੀਫਿਕੇਸ਼ਨ ਦਿੱਤੀ, ਨਾ ਕੋਈ ਅਪਡੇਟ ਕੀਤਾ ਕਿ ਲਗੇਜ ਦੇ ਵਿੱਚ ਤੁਹਾਡਾ ਹੈ ਕਿੱਥੇ। ਤੇ ਪਰ ਇੱਕੋ ਇੱਕ ਉਹ ਕਹਿੰਦਾ ਚੀਜ਼ ਸੀਗੀ ਮੇਰੇ ਕੋਲ ਕਿ ਮੈਂ ਉਸ ਏਅਰ ਟੈਗ ਦੇ ਜ਼ਰੀਏ ਦੇਖ ਲੈਂਦਾ ਸੀ ਕਿ ਜਿਹੜਾ ਉਹਦੇ ਉੱਤੇ ਜਾ ਕੇ ਫਾਈਂਡ ਮਾਈ ਡਿਵਾਈਸ ਦੇ ਵਿੱਚ ਕਿ ਐਗਜ਼ੈਕਟਲੀ ਲਗੇਜ ਹੈ ਕਿੱਥੇ ਆ। ਤੇ ਫਿਰ ਉਹਨੂੰ ਜਿਹੜਾ 1 ਦਿਨ 2 ਦਿਨ
3 दिन ਉਹ ਕਹਿੰਦਾ ਦੇਖਿਆ ਨਹੀਂ, ਤੇ ਫਿਰ ਅਗਲੇ ਦਿਨ ਉਹ ਦੇਖਦਾ ਆ ਕਿ ਫਾਈਨਲੀ ਉਹਦਾ ਸਮਾਨ ਉੱਥੋਂ ਮੂਵ ਹੋ ਰਿਹਾ ਆ, ਤੇ ਫਿਰ ਉਹਨੂੰ ਸਮਾਨ ਉਹਦਾ ਮਿਲ ਗਿਆ। ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਤਜਰਬੇ ਸਾਂਝੇ ਕਰ ਰਹੇ ਆ, ਪਰ ਇਹ ਇੱਕ ਵਧੀਆ ਚੀਜ਼ ਐਪਲ ਏਅਰਟੈਗ ਸਮਾਨ ਦੇ ਨਾਲ ਤੁਹਾਡੇ ਵਿੱਚ ਪਿਆ ਹੋਵੇ, ਲੱਗਿਆ ਹੋਵੇ, ਤੁਹਾਨੂੰ ਘੱਟੋ ਘੱਟ ਆਪਣੇ ਫੋਨ ਤੋਂ ਪਤਾ ਜ਼ਰੂਰ ਲੱਗ ਜਾਂਦਾ ਕਿ ਤੁਹਾਡਾ ਸਮਾਨ ਇਸ ਵੇਲੇ ਕਿੱਥੇ ਆ। ਅੱਜ ਦੁਨੀਆ ਦੀਆਂ ਅਖਬਾਰਾਂ ਨੇ ਖਬਰ ਨੂੰ ਬਹੁਤ ਪ੍ਰਮੁੱਖਤਾ ਦਿੱਤੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਬ੍ਰਿਟਨ ਦੇ, ਉਹਨਾਂ ਦੀ ਪੋਸਟ ਖਤਰੇ ਵਿੱਚ ਪੈ ਗਈ, ਤੇ ਉਹਦੇ ਤੋਂ ਬਾਅਦ ਉਹ ਇਸ ਵੇਲੇ ਰਿਜ਼ਾਈਨ ਕਰ ਚੁੱਕੇ ਆ ਪਾਰਟੀ ਲੀਡਰਸ਼ਿਪ ਤੋਂ, ਤੇ ਜਿੰਨਾ ਚਿਰ ਅਗਲਾ ਪ੍ਰਾਈਮ ਮਿਨਿਸਟਰ ਨਹੀਂ ਮਿਲਦਾ ਉਹਨਾਂ ਚਿਰ ਉਹ ਆਪਣੇ ਇਸ ਅਹੁਦੇ ਦੇ ਉੱਤੇ ਬਣੇ ਰਹਿਣਗੇ। ਬੋਰਿਸ ਜੌਨਸਨ ਲੰਬੇ ਸਮਾਂ ਉਹ ਸੰਕਟ ਦੇ ਵਿੱਚ ਪੈਂਦੇ ਰਹੇ ਆ, ਬਾਰ-ਬਾਰ ਉਹਨਾਂ ਨੂੰ ਸਿੱਧ ਕਰਨਾ ਪਿਆ ਕਿ ਮੈਂ ਠੀਕ ਆ, ਮੇਰਾ ਜਿਹੜੀ ਲੀਡਰਸ਼ਿਪ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੋ ਰਿਹਾ, ਪਰ ਆਖਰਕਾਰ ਗੱਲ ਬਣੀ ਨਹੀਂ। ਅਕਤੂਬਰ ਦੇ ਵਿੱਚ ਜਦੋਂ ਨਵਾਂ ਨੇਤਾ ਹੁਣ ਚੁਣਿਆ ਜਾਣਾ, ਉਦੋਂ ਤੱਕ ਇਹ ਪ੍ਰਧਾਨ ਮੰਤਰੀ ਉੱਥੇ ਦੇ ਰਹਿਣਗੇ। ਵੱਡੀ ਗੱਲ 30 ਜੂਨ ਨੂੰ ਜਿਹੜੀ ਡਿਪਟੀ ਚੀਫ ਵਿਪ ਪੋਸਟ ਦੇ ਉੱਤੇ ਕ੍ਰਿਸ ਕਿੰਚਰ ਦਾ ਅਪੁਆਇੰਟਮੈਂਟ ਸੀਗਾ, ਜਿਹੜਾ ਪਿੰਚਰ ਆ ਉਹ ਸੈਕਸ ਸਕੈਂਡਲ ਦੇ ਵਿੱਚ ਕਈਆਂ ਦੇ ਵਿੱਚ ਫਸਿਆ ਸੀ ਕੈਬਨਿਟ ਦੇ ਵਿੱਚੋਂ, ਉਹਦੇ ਤੋਂ ਬਾਅਦ ਵਿਰੋਧ ਦੇ ਵਿੱਚ ਅਸਤੀਫਾ ਦੇਣਾ ਸ਼ੁਰੂ ਹੋ ਗਿਆ ਸੀ। ਬੋਰਿਸ ਜੌਨਸਨ ਦੇ ਨਾਲ ਦੇ ਇੱਕ ਇੱਕ ਕਰਕੇ ਸਾਰੇ ਰਿਜ਼ਾਈਨ ਕਰੀ ਜਾਂਦੇ ਸੀ, ਤੇ ਅਲਟੀਮੇਟਲੀ ਉਹਨਾਂ ਨੂੰ ਵੀ ਕਿਹਾ, ਉਹ ਕਹਿੰਦੇ ਮੈਂ ਬਹੁਤ ਦੁਖੀ ਹੋ ਕੇ ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਦਾ ਜਿਹੜਾ ਅਹੁਦਾ ਆ ਉਹ ਛੱਡ ਰਿਹਾ ਆ। ਜਦੋਂ ਹੀ ਅਗਲਾ ਜਿਹੜਾ ਕੈਂਡੀਡੇਟ ਜਾਂ ਲੀਡਰ ਆ ਜਾਊਗਾ, ਉਹਦੇ ਤੋਂ ਬਾਅਦ ਮੈਂ ਆਪਣੇ ਜੋਬ ਜਿਹੜੀ ਇਹ ਉਹਨਾਂ ਦਾ ਅਹੁਦਾ ਹੈ ਪ੍ਰਾਈਮ ਮਿਨਿਸਟਰ ਦਾ, ਉਹਦੇ ਤੋਂ ਵੀ ਰਿਜ਼ਾਈਨ ਕਰ ਦੂੰਗਾ। ਉਹ ਕਹਿੰਦੇ ਸਾਰਿਆਂ ਦੀ ਜੇਕਰ ਇਹ ਇੱਛਾ ਹੈ ਕਿ ਮੈਂ ਚਲਿਆ ਜਾਵਾਂ, ਤਾਂ ਮੈਂ ਕਹਿੰਦੇ ਜਾ ਰਿਹਾ ਹਾਂ, ਤੇ ਜਿਹੜਾ ਮੈਂ ਲੋਕਾਂ ਦੀ ਇੱਛਾ ਦਾ ਸਨਮਾਨ ਕਰਦਾ। ਅਗਲੇ ਹਫ਼ਤੇ ਪ੍ਰੋਸੈਸ ਸ਼ੁਰੂ ਹੋ ਜਾਣਾ ਆਪਣਾ ਲੀਡਰ ਚੁਣਨ ਵਾਲਾ। ਜੇ ਜਿਹੜਾ ਪੂਰਾ ਜਿਹੜਾ ਹੁਣ ਅੱਗੇ ਹੋਊਗਾ, ਕੀ ਇਲੈਕਸ਼ਨ ਹੋਊਗੀ ਜਾਂ ਕੋਈ ਹੋਰ ਰਸਤਾ ਹੋ ਸਕਦਾ। ਜੇਕਰ ਕਾਨੂੰਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 12 ਮਹੀਨੇ ਤੱਕ ਬੋਰਿਸ ਜੌਨਸਨ ਦੇ ਖਿਲਾਫ ਦੂਜਾ ਨੋ ਕੌਨਫੀਡੈਂਸ ਮੋਸ਼ਨ ਨਹੀਂ ਲਾਇਆ ਜਾ ਸਕਦਾ, ਕਿਉਂਕਿ ਪਿਛਲੇ ਮਹੀਨੇ ਹੀ ਜੌਨਸਨ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਸੀ, ਜਿਹਦੇ ਵਿੱਚ ਬੋਰਿਸ ਜੌਨਸਨ ਜਿੱਤ ਗਿਆ ਸੀ। ਸੋ ਟੈਕਨੀਕਲੀ 1 ਸਾਲ ਤੱਕ ਇਹਨਾਂ ਨੂੰ ਕੁਛ ਨਹੀਂ ਕੀਤਾ ਜਾ ਸਕਦਾ। ਪਾਰਟੀ ਦੇ ਕੁਛ ਜਿਹੜੇ ਸੰਸਦ ਸੀਗੇ ਮੰਗ ਕਰਦੇ ਸੀ ਕਿ 12 ਮਹੀਨੇ ਤੱਕ ਜਿਹੜੀ ਇਹ ਜਿਹੜਾ ਇਮਿਊਨਿਟੀ ਪੀਰੀਅਡ ਆ, ਇਹਨੂੰ ਜਾਂ ਤਾਂ ਘੱਟ ਕਰ ਦਿਓ ਜਾਂ ਇਹਨੂੰ ਖਤਮ ਕਰ ਦਿਓ। ਹੁਣ ਰਸਤਾ ਇਹ ਵੀ ਆ ਕਿ ਜਿਹੜੇ ਜੌਨਸਨ ਨੇ ਉਹ ਜਿਹੜੀ ਨਵੀਂ ਇਲੈਕਸ਼ਨ ਦਾ ਐਲਾਨ ਕਰ ਦੇਣ, ਪਰ ਇਹਦੀ ਸੰਭਾਵਨਾ ਨਾ ਦੇ ਬਰਾਬਰ ਆ, ਕਿਉਂਕਿ ਬਹੁਤੇ ਲੋਕ ਇਸ ਵੇਲੇ ਵੋਟਾਂ ਦੇ ਹੱਕ ਦੇ ਵਿੱਚ ਨਹੀਂ ਆ। ਹੁਣ ਅੱਗੇ ਬਣਨਾ ਕੀ ਆ, ਇਹਦੇ ਵਿੱਚ ਹੋਊਗਾ ਕੀ ਕਿ ਜਿਹੜੇ ਬ੍ਰਿਟਿਸ਼ ਵਿਦੇਸ਼ ਮੰਤਰੀ ਆ ਲਿਜ ਟਰੱਸ G20 ਸਮਿਟ ਹੋ ਰਿਹਾ, ਉਹ ਤੋਂ ਵਾਪਸ ਆ ਰਹੀ ਆ। ਜਿਹੜਾ ਪੂਰੀ ਇਹ ਜੋ ਘਟਨਾਕ੍ਰਮ ਹੋਇਆ ਇਹਦੇ ਉੱਤੇ ਜਲਦੀ ਉਹ ਆਪਣੀ ਸਟੇਟਮੈਂਟ ਦੇਣਗੇ, ਉਹਦੇ ਤੋਂ ਬਾਅਦ ਵੀ ਬਹੁਤ ਸਾਰੀ ਗੱਲਬਾਤ ਕਲੀਅਰ ਹੋਊਗੀ। ਇਸੇ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਸੰਸਦ ਨੇ, ਜੌਨਸਨ ਨੂੰ ਉਹਨਾਂ ਕੋਲੋਂ ਇਹ ਤਸੱਲੀ ਮੰਗੀ ਆ ਕਿ ਵਾਸਤਵ ਦੇ ਵਿੱਚ ਸਿਰਫ ਉਹ ਮਤਲਬ ਕਾਰਜਕਾਰੀ ਪ੍ਰਧਾਨ ਮੰਤਰੀ ਹੋਣਗੇ। ਤੇ ਇਹ ਜਿਹੜੀ ਅਹਿਮ ਬਿਆਨ ਇਹ ਵੀ ਆ ਕਿ ਜਿਹੜੀ ਉੱਥੇ ਦੀ ਵਿਰੋਧੀ ਲੇਬਰ ਪਾਰਟੀ ਆ ਉਹ ਇਹਦੇ ਬਾਰੇ ਕੀ ਕਹਿੰਦੀ ਆ, ਤੇ ਉਹ ਇਹ ਕਹਿ ਰਹੇ ਆ ਵੀ ਇਹਨੂੰ ਬੋਰਿਸ ਜੌਨਸਨ ਹੋਰਾਂ ਨੂੰ ਪਹਿਲਾਂ ਹੀ ਛੱਡ ਦੇਣਾ ਚਾਹੀਦਾ ਸੀ ਇਹ ਅਹੁਦਾ, ਕਿ ਬਹੁਤ ਪਹਿਲਾਂ ਇਹ ਬੋਰਿਸ ਜੌਨਸਨ ਪਾਰਟੀ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਪਿੱਛੇ ਹਟ ਰਿਹਾ। ਵੀ ਘੱਟੋ ਘੱਟ ਬ੍ਰਿਟਨ ਦੇ ਲਈ ਇਹ ਬਹੁਤ ਚੰਗੀ ਖਬਰ ਆ। ਕੰਜ਼ਰਵੇਟਿਵ ਪਾਰਟੀ ਨੇ 12 ਸਾਲਾਂ ਦੇ ਵਿੱਚ ਉਹਨਾਂ ਦੇ ਕਹਿਣ ਅਨੁਸਾਰ ਦੇਸ਼ ਦਾ ਨੁਕਸਾਨ ਬਹੁਤ ਜ਼ਿਆਦਾ ਕੀਤਾ ਹੈ। ਨਦੀਮ ਜਾਵਦੀ ਪੂਰਬ ਵਿਦੇਸ਼ ਮੰਤਰੀ, ਜਰੇਮੀ ਹੰਟ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ। ਪੂਰਬ ਉੱਥੇ ਦੇ ਸਾਬਕਾ ਰੱਖਿਆ ਮੰਤਰੀ ਪੈਨੀ ਮਾਰਡਾਟ ਦਾ ਨਾਂ ਵੀ ਇਹਦੇ ਵਿੱਚ ਆਉਂਦਾ ਹੈ। ਪੈਨੀ ਜੌਨਸਨ ਦੇ ਖਿਲਾਫ ਕਾਫੀ ਜਿਹੜੀ ਇਹ ਗੱਲਬਾਤ ਪਹਿਲਾਂ ਚੱਲੀ ਆ। ਸੋ ਜਿਹੜੀ ਲੰਬੀ ਇੱਕ ਲਿਸਟ ਆ ਜਿਹਦੇ ਵਿੱਚ ਕੌਣ ਹੈਗੇ ਆ ਤੇ ਕੀ ਅਕਤੂਬਰ ਤੱਕ ਇਹ ਪ੍ਰਾਈਮ ਮਿਨਿਸਟਰ ਬਣੇ ਰਹਿਣਗੇ। ਦੂਜੇ ਪਾਸੇ ਡੇਲੀ ਮੇਲ ਇਸ ਵੇਲੇ ਇਹ ਖਬਰ ਦੇ ਰਹੀ ਕਿ ਜੌਨਸਨ ਉਹੀ ਕਰ ਰਹੇ ਆ ਜੋ ਕੁਛ ਡੇਵਿਡ ਕੈਮਰਨ ਤੇ ਥਰੇਸਾ ਮੇ ਨੇ ਕੀਤਾ ਸੀ, ਜਾਣੀ ਕਿ ਹੁਣ ਨਵਾਂ ਨੇਤਾ ਆਉਣ ਤੱਕ ਉਹ ਪ੍ਰਧਾਨ ਮੰਤਰੀ ਬਣੇ ਰਹਿਣਗੇ। ਤੇ ਜੇ ਉਹ ਇਸ ਮਾਮਲੇ ਦੇ ਵਿੱਚ ਕੋਈ ਹੋਰ ਅਗਲਾ ਫੈਸਲਾ ਕਰਦੇ ਆ, ਕਿਉਂਕਿ 50 ਦੇ ਕਰੀਬ ਜਿਹੜੇ ਸੰਸਦ ਸੀਗੇ ਉੱਥੋਂ ਦੇ ਉਹ ਰਿਜ਼ਾਈਨ ਕਰ ਚੁੱਕੇ ਸੀਗੇ, ਅਸਤੀਫਾ ਦੇ ਚੁੱਕੇ ਸੀਗੇ। ਲੋਕਾਂ ਦਾ ਕਹਿਣਾ ਸੀ ਕਿ ਜਿਹੜੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਸੀ ਉਹਨੂੰ ਸਾਰਾ ਕੁਝ ਪਤਾ ਸੀ, ਉਹਦੇ ਬਾਵਜੂਦ ਵੀ ਇਹਨਾਂ ਨੇ ਅਪੁਆਇੰਟਮੈਂਟਸ ਜਿਹੜੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਇਹਨਾਂ ਦੇ ਘੱਟੋ ਘੱਟ ਆਪਣੇ ਸੰਸਥਾ ਨੂੰ ਇਤਰਾਜ਼ ਸੀ, ਉਹਨਾਂ ਨੇ ਇਹ ਕੀਤੀਆਂ। ਕਾਫੀ ਚਰਚਾ ਦੇ ਵਿੱਚ ਰਹੇ ਔਰ ਭਾਰਤੀ ਮੂਲ ਦੇ ਰਿਸ਼ੀ ਸੁਨਕ ਦਾ ਨਾਂ ਵੀ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਆ ਕਿ ਉਹ ਵੀ ਅਗਲੇ ਪ੍ਰਾਈਮ ਮਿਨਿਸਟਰ ਹੋ ਸਕਦੇ ਆ। ਬੋਰਿਸ ਜੌਨਸਨ ਦੀ ਥਾਂ ਦੇ ਉੱਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਭਾਸ਼ਣ ਦੇਣ ਜਾਂ ਜਿਹੜੇ ਕੁਛ ਕਰਨ ਦੇ ਲਈ ਵੀ ਰਿਸ਼ੀ ਸੁਨਕ ਹੀ ਜਾਂਦੇ ਰਹੇ ਆ। ਕਾਫੀ ਗਹਿਮਾ ਗਹਿਮੀ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਰਹੀ ਆ। ਸੋ ਉਹਨਾਂ ਦਾ ਨਾਂ ਵੀ ਕਾਫੀ ਚਰਚਾ ਦੇ ਵਿੱਚ ਆ ਕਿ ਇਹ ਵੀ ਹੋ ਸਕਦਾ ਬ੍ਰਿਟਨ ਨੂੰ ਜਿਹੜਾ ਪਹਿਲਾ ਉਹਨਾਂ ਦਾ ਜਿਹੜੇ ਪ੍ਰਧਾਨ ਮੰਤਰੀ ਆ ਉਹ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵੀ ਮਿਲ ਜਾਣ।
ਅਗਲੀ ਖਬਰ, ਕੈਨੇਡਾ ਦੇ ਵਿਗਿਆਨੀਆਂ ਨੇ ਇੱਕ ਖਾਸ ਖੋਜ ਕੀਤੀ ਆ, ਗੱਲਬਾਤ ਸਾਹਮਣੇ ਲਿਆਂਦੀ ਆ, ਡਿਸਕਵਰੀ ਕੀਤੀ ਆ। ਉਹ ਇਹ ਆ ਕਿ ਓਜ਼ੋਨ ਲੇਅਰ ਦੇ ਵਿੱਚ ਇੱਕ ਹੋਰ ਟ੍ਰੋਪੀਕਲ ਰੀਜਨ ਦੇ ਉੱਤੇ ਜਿਹੜਾ ਲਗਭਗ ਅੱਧੀ ਦੁਨੀਆ ਦੇ ਉੱਤੇ ਅਸਰ ਪਾ ਸਕਦਾ, ਉਹ ਲੱਭਿਆ। ਕਿੰਗ ਬਿਨ ਲੂ ਇਹ ਸਾਇੰਟਿਸਟ ਦਾ ਨਾਂ ਆ, ਪ੍ਰੋਫੈਸਰ ਆ ਯੂਨੀਵਰਸਿਟੀ ਆਫ ਵਾਟਰਲੂ ਦੇ ਉੱਤੇ। ਉਹ ਕਹਿੰਦਾ ਵੀ ਇੱਕ ਹੋਲ ਆ ਜਿਹੜਾ 7 ਗੁਣਾ ਜ਼ਿਆਦਾ ਵੱਡਾ ਆ ਪਹਿਲੇ ਨੋਨ ਆਰਕਟਿਕ ਜ਼ੋਨ ਦੇ ਹੋਲ ਨਾਲੋਂ, ਅਤੇ ਜਿਹੜਾ ਇਸ ਵੇਲੇ ਸਾਨੂੰ ਨਜ਼ਰ ਆਇਆ। ਉਹਨਾਂ ਦੀਆਂ ਫਾਈਂਡਿੰਗਸ ਜਿਹੜੀਆਂ ਪਬਲਿਸ਼ ਹੋਈਆਂ ਇੱਕ ਜਰਨਲ ਦੇ ਵਿੱਚ, AIP ਐਡਵਾਂਸਿਸ ਦੇ ਵਿੱਚ। ਮਾਮਲਾ ਕੀ ਆ, ਸਾਡੀ ਧਰਤੀ ਦੇ ਉੱਤੇ ਹਵਾ ਆ, ਹਵਾ ਦੇ ਉੱਤੇ ਇੱਕ ਗੈਸਾਂ ਦੀ ਲੇਅਰ ਆ, ਉਹਨੂੰ ਓਜ਼ੋਨ ਕਹਿੰਦੇ ਆ। ਓਜ਼ੋਨ ਲੇਅਰ ਧਰਤੀ ਦੇ ਉੱਤੇ ਇਹ ਕਰਦੀ ਆ ਕਿ ਸੂਰਜ ਦੇ ਉੱਤੋਂ ਜਿਹੜੀਆਂ ਹਾਨੀਕਾਰਕ ਕਿਰਨਾਂ ਆਉਂਦੀਆਂ, ਅਲਟਰਾਵਾਇਲਟ ਕਿਰਨਾਂ ਆਉਂਦੀਆਂ, ਉਹਨਾਂ ਨੂੰ ਧਰਤੀ ਦੇ ਉੱਤੇ ਨਹੀਂ ਆਉਣ ਦਿੰਦੀ, ਉਹਨੂੰ ਰੋਕ ਲੈਂਦੀ ਆ ਹਵਾ ਦੇ ਵਿੱਚ ਹੀ। 80ਵਿਆਂ ਦੇ ਵਿੱਚ ਇੱਕ ਖੋਜ ਕੀਤੀ ਗਈ ਸੀ। ਉਹ ਖੋਜ ਇਹ ਦੱਸਦੀ ਸੀ ਕਿ ਉਸ ਜਿਹੜੀ ਓਜ਼ੋਨ ਲੇਅਰ ਆ, ਇੱਕ ਤਹਿ ਆ, ਪਰਤ ਆ ਮੋਟੀ ਜੀ ਗੈਸ ਦੀ, ਉਹਦੇ ਵਿੱਚ ਛੇਕ ਹੋ ਚੁੱਕਾ। ਅਤੇ ਇਹ ਵਿਗਿਆਨੀ ਹੁਣ ਕਿੰਗ ਬਿਨ ਲੂ ਕਹਿ ਰਿਹਾ ਵੀ ਉਹ ਪਹਿਲਾ ਛੇਕ ਤੇ ਤੁਹਾਨੂੰ ਪਤਾ ਸੀ ਜਿਹੜਾ ਹੋਲ ਹੋ ਚੁੱਕਿਆ, ਉਹਦੇ ਤੋਂ ਵੀ 7 ਗੁਣਾ ਵੱਡਾ ਹੋਲ ਪਹਿਲਾਂ ਇੱਕ ਨਾਲ ਵੀ ਹੈਗਾ ਜਿਹਦਾ ਸਾਨੂੰ ਪਤਾ ਹੀ ਨਹੀਂ ਆ। ਅਤੇ ਉਹ ਨੁਕਸਾਨ ਕੀ ਹੁੰਦਾ, ਸੂਰਜ ਤੋਂ ਬਹੁਤ ਸਾਰੀਆਂ ਕਿਰਨਾਂ, ਧੁੱਪ ਜਿਹੜੀ ਸਾਡੇ ਤੱਕ ਪਹੁੰਚਦੀ ਆ, ਉਹਦੇ ਵਿੱਚ ਹਾਨੀਕਾਰਕ ਕਿਰਨਾਂ ਹੁੰਦੀਆਂ ਜਿਹੜੀਆਂ ਸਕਿਨ ਕੈਂਸਰ ਜਾਂ ਹੋਰ ਬਿਮਾਰੀਆਂ ਪੈਦਾ ਕਰਦੀਆਂ। ਅਤੇ ਉਹ ਇੰਨੀਆਂ ਹਾਨੀਕਾਰਕ ਕਿਰਨਾਂ ਹੁੰਦੀਆਂ ਵੀ ਜੇ ਕਿਤੇ ਵੀ ਪੈ ਜਾਣ, ਕਿਸੇ ਬੂਟੇ, ਪਸ਼ੂ, ਪੰਛੀ, ਵਿਅਕਤੀ ਦੇ ਉੱਤੇ ਪੈ ਜਾਣ, ਇਨਸਾਨ ਦੇ ਉੱਤੇ, ਉਹਨੂੰ ਖਤਮ ਕਰ ਸਕਦੀਆਂ, ਜਾਂ ਉਹਨੂੰ ਪੈਰਾਲਾਈਜ਼ ਕਰ ਦਿੰਦੀਆਂ, ਜਾਂ ਉਹਨੂੰ ਸਕਿਨ ਕੈਂਸਰ ਕਰ ਦਿੰਦੀਆਂ, ਉਹਦਾ ਜੈਨੇਟਿਕ ਮਿੱਟੀ ਕੁਛ ਵੀ ਚੇਂਜ ਕਰ ਦਿੰਦੀਆਂ, ਉਹਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਉਹ ਚੀਜ਼ਾਂ ਨੋਰਮਲ ਨਹੀਂ ਰਹਿੰਦੀਆਂ। ਉਹ ਕੁਦਰਤ ਨੇ ਇੱਕ ਪਰਤ ਬਣਾਈ ਸੀ ਧਰਤੀ ਦੇ ਆਲੇ ਦੁਆਲੇ ਵੀ ਉਹ ਹਾਨੀਕਾਰਕ ਕਿਰਨਾਂ ਥੱਲੇ ਨਾ ਆਉਣ, ਪਰ ਮਨੁੱਖ ਨੇ ਜਿਹੜੀਆਂ ਕਾਰਵਾਈਆਂ ਕੀਤੀਆਂ, ਹਾਨੀਕਾਰਕ ਗੈਸਾਂ ਛੱਡੀਆਂ, ਖਾਸ ਕਰਕੇ ਕਲੋਰੋਫਲੋਰੋ ਕਾਰਬਨਸ ਦੱਸਦੇ ਆ, ਜਿਹੜੀ ਫਰਿੱਜ ਦੇ ਵਿੱਚ, ਰੈਫਰੀਜਰੇਟਰ ਦੇ ਵਿੱਚ ਗੈਸ ਪੈਂਦੀ ਆ, AC ਦੇ ਵਿੱਚ ਗੈਸ ਪੈਂਦੀ ਆ, ਇਹ ਗੈਸਾਂ ਜਦੋਂ ਉੱਤੇ ਜਾਂਦੀਆਂ ਉਹਦੇ ਵਿੱਚ ਹੋਲ ਕਰ ਦਿੰਦੀਆਂ, ਉਹਨੂੰ ਉਹਦੇ 'ਚ ਛੇਕ ਕਰ ਦਿੰਦੀਆਂ, ਅਤੇ ਹੋਲ ਦੇ ਵਿੱਚੋਂ ਫਿਰ ਹਾਨੀਕਾਰਕ ਕਿਰਨਾਂ ਥੱਲੇ ਆਉਂਦੀਆਂ। ਅਤੇ ਇਹ ਜਿਹੜਾ ਹੁਣ ਹੋਲ ਇਸ ਵਿਗਿਆਨੀ ਨੇ, ਕਿੰਗ ਬਿਨ ਲੂ ਨੇ ਲੱਭਿਆ ਆ, ਇਹਦੇ ਕਹਿਣ ਅਨੁਸਾਰ ਵੀ ਉਹ ਅੱਧੀ ਦੁਨੀਆ ਦੇ ਉੱਤੇ ਅਸਰ ਪਾਉਂਦੀਆਂ, ਅਤੇ ਥਰੂ ਆਊਟ ਈਅਰ ਇਹ ਹੋਲ ਇੱਥੇ ਰਹਿੰਦਾ। 1980 ਦੇ ਵਿੱਚ ਲਗਭਗ 40 ਸਾਲ ਪਹਿਲਾਂ ਇਹ ਇੱਕ ਹੋਲ ਲੱਭਿਆ ਸੀ, ਖੋਜ ਕੀਤੀ ਗਈ ਸੀ। ਅਤੇ ਹੁਣ ਉਹਦੇ ਤੋਂ ਬਾਅਦ ਇਹ ਪਹਿਲੀ ਵਾਰ ਆ ਕਿ ਕੈਨੇਡਾ ਦਾ ਇਹ ਵਿਗਿਆਨੀ ਕਹਿ ਰਿਹਾ ਕਿ ਟ੍ਰੋਪੀਕਲ ਜ਼ੋਨ ਦੇ ਉੱਤੇ ਬਹੁਤ ਵੱਡਾ ਇੱਕ ਗਲੋਬਲ ਕੰਸਰਨ ਆ। ਉਹ ਕਹਿੰਦਾ ਸਾਨੂੰ ਸੋਚਣਾ ਪਊਗਾ ਵੀ ਇਹਦਾ ਕੀ ਹੱਲ ਹੋਊਗਾ। ਤੁਹਾਨੂੰ ਪਤਾ ਬਹੁਤ ਸਾਰੀਆਂ ਹਾਨੀਕਾਰਕ ਗੈਸਾਂ ਦੇ ਉੱਤੇ ਸਰਕਾਰ ਨੇ ਪਾਬੰਦੀ ਵੀ ਲਾ ਦਿੱਤੀ ਸੀ। ਔਰ ਜਿਹੜਾ ਇਹ ਇਕੁਏਟਰ ਦੇ ਉੱਤੇ ਜਿਹੜੇ ਕੁਛ ਪਾਰਟਸ ਨਾਰਥ ਅਮਰੀਕਾ ਦੇ, ਸਾਊਥ ਅਮਰੀਕਾ ਦੇ, ਅਫਰੀਕਾ ਦੇ, ਏਸ਼ੀਆ ਅਤੇ ਆਸਟ੍ਰੇਲੀਆ ਦੇ, ਲਗਭਗ ਅੱਧੀ ਦੁਨੀਆ ਦੇ ਉੱਤੇ ਇਹਦਾ ਅਸਰ ਪੈ ਰਿਹਾ। ਓਜ਼ੋਨ ਲੇਅਰ ਡਿਪਲੀਟ ਹੋ ਰਹੀ ਆ, ਖਤਮ ਹੋ ਰਹੀ ਆ, ਉਹਦੇ ਵਿੱਚ ਹੋਲ ਹੋ ਰਿਹਾ, ਉਹ ਪਤਲੀ ਹੋ ਰਹੀ ਆ। ਜਿਹੜੀ UV ਰੇਡੀਏਸ਼ਨਸ ਨੇ ਉਹ ਰਿਸਕ ਸਕਿਨ ਕੈਂਸਰ ਦਾ ਵਧਾ ਰਹੀਆਂ, ਜਾਂ ਜਿਹੜੇ ਕੈਟਰੈਕਟਸ ਆ ਮਨੁੱਖਾਂ ਦੇ ਵਿੱਚ ਉਹ ਉਹਦੇ ਨਾਲ ਵੱਧ ਰਿਹਾ ਆ। ਇਹ ਇਸ ਵਿਗਿਆਨੀ ਦੇ ਕਹਿਣ ਅਨੁਸਾਰ ਇਹ ਹੋਲ ਬਹੁਤ ਵੱਡਾ ਆ, ਅਤੇ ਜਿਹੜੀ ਇਹ ਨੈਚੁਰਲ ਲੇਅਰ ਆ ਇਹਨੂੰ ਇਹਦੇ ਵਿੱਚ ਹੋਇਆ ਆ। ਪਰ ਇਹਦੇ ਉੱਤੇ ਹੁਣ ਕੁਛ ਵਿਗਿਆਨੀ ਜਿਹੜੇ ਆ ਉਹ ਇਹਦੇ ਨਾਲ ਸਹਿਮਤ ਨਹੀਂ ਆ। ਉਹ ਕਹਿੰਦੇ ਵੀ ਇਹਨੂੰ ਭੁਲੇਖਾ ਲੱਗਾ, ਅਸਲ ਦੇ ਵਿੱਚ ਇਹ ਹੋਲ ਇੱਥੇ ਇਸ ਤਰ੍ਹਾਂ ਦਾ ਹੈ ਨਹੀਂ, ਵੀ ਇਹਦੀ ਕੋਈ ਕੈਲਕੂਲੇਸ਼ਨ ਦੇ ਵਿੱਚ ਗਲਤੀ ਹੋਈ ਆ। ਹੁਣ ਪਤਾ ਨਹੀਂ ਇਹ ਗੱਲਬਾਤ ਕੀ ਆ ਕਿ ਉਹਦੀ ਕੈਲਕੂਲੇਸ਼ਨ ਦੇ ਵਿੱਚ ਗਲਤੀ ਹੋਈ ਆ ਕਿ, ਪਰ ਸਟੱਡੀ ਪਬਲਿਸ਼ ਹੋਈ ਆ, ਇਹਦੇ ਬਾਰੇ ਹੋਰ ਹੁਣ ਖੋਜ ਹੋਊਗੀ। ਜਿਹੜੇ ਕੁਛ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੋਰ ਨੇ ਉਹ ਆਪਣੇ ਜਿਹੜੇ ਰਿਵਿਊਜ਼ ਦੇ ਵਿੱਚ ਕਹਿ ਰਹੇ ਆ ਕਿ ਜਿਹੜਾ ਇਹ ਕਿਤੇ ਨਾ ਵੀ ਜਿਹੜਾ ਇਸ ਵਿਅਕਤੀ ਨੇ ਪਰਸੈਂਟੇਜ ਚੇਂਜਸ ਲਈਆਂ ਓਜ਼ੋਨ ਦੇ ਵਿੱਚ, ਐਬਸੋਲੂਟ ਚੇਂਜਸ ਨਹੀਂ ਲਈਆਂ। ਇਸ ਕਰਕੇ ਇਹ ਭੁਲੇਖਾ ਪੈ ਰਿਹਾ ਵੀ ਇੱਦਾਂ ਦਾ ਕੋਈ ਵੀ ਟ੍ਰੋਪੀਕਲ ਓਜ਼ੋਨ ਹੋਲ ਹੈ ਨਹੀਂ ਗਾ। ਇਹ ਵੀ ਇੱਕ ਥਿਊਰੀ ਦਿੱਤੀ ਜਾ ਰਹੀ ਹੈ, ਪਰ ਕਿਉਂਕਿ ਇਸ ਵਿਗਿਆਨੀ ਨੇ ਇਹ ਖੋਜ ਕੀਤੀ ਹੈ, ਉਹਦੇ ਕੋਲ ਸਬੂਤ ਨੇ ਇਸ ਗੱਲ ਦੇ, ਉਹ ਦੱਸ ਰਿਹਾ ਆ, ਤਾਂ ਕੁਦਰਤੀ ਤੌਰ 'ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਵਿਗਿਆਨੀਆਂ ਦੇ ਸਾਹਮਣੇ, ਪੂਰੀ ਦੁਨੀਆ ਦੇ ਸਾਹਮਣੇ ਜ਼ਰੂਰ ਬਣੂਗਾ। ਅਗਲੀ ਖਬਰ ਪਲਾਸਟਿਕ ਬਾਰੇ ਆ। ਪਹਿਲੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਓਜ਼ੋਨ ਬਾਰੇ, ਜਿਹਦਾ ਨੁਕਸਾਨ ਇੱਦਾਂ ਹੁੰਦਾ ਕਿ ਜਿਹੜੀਆਂ ਬਹੁਤ ਸਾਰੀਆਂ ਪਲਾਸਟਿਕ ਜਾਂ ਇੱਦਾਂ ਦੀਆਂ ਚੀਜ਼ਾਂ ਨੂੰ ਜਦੋਂ ਅਸੀਂ ਖਤਮ ਕਰਦੇ ਹਾਂ, ਉਹਨੂੰ ਸਾੜ ਦਿੰਦੇ ਹਾਂ, ਤਾਂ ਉਹਦੇ ਵਿੱਚੋਂ ਜਿਹੜੀਆਂ ਗੈਸਾਂ ਨਿਕਲਦੀਆਂ ਉਹ ਵੀ ਉੱਤੇ ਜਾ ਕੇ ਹਾਨੀਕਾਰਕ ਹੁੰਦੀਆਂ। ਤੁਸੀਂ ਧਿਆਨ ਦਿੱਤਾ ਹੋਊਗਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਗਰੋਸਰੀ ਸਟੋਰ 'ਤੇ ਸਮਾਨ ਲੈਣ ਜਾਂਦੇ ਆ, ਉਹ ਜਿਹੜੇ ਉਹਦੇ ਪੋਲੀਥੀਨ ਦੇ ਬੈਗ ਤੁਹਾਨੂੰ ਨਹੀਂ ਦਿੰਦੇ, ਜਾਂ ਤਾਂ ਉਹ ਕਾਗਜ਼ ਦੇ ਬੈਗ ਹੁੰਦੇ ਉਹ ਦੇ ਦਿੰਦੇ, ਜਾਂ ਉਹ ਕਹਿੰਦੇ ਤੁਸੀਂ ਆਪਣਾ ਬੈਗ ਲੈ ਕੇ ਆਓ। ਇਹ ਬੈਗ ਹੌਲੀ ਹੌਲੀ ਬੰਦ ਹੋ ਰਹੇ, ਕਈ ਸਟੋਰਾਂ ਨੇ ਬੰਦ ਕਰ ਦਿੱਤੇ ਆ। ਜਿਹੜੇ ਸਟਰॉ ਨੇ ਤੁਸੀਂ ਕਈ ਵਾਰੀ ਪੀਂਦੇ ਆ, ਪੀ ਕੇ ਸਿੱਟ ਦਿੰਦੇ ਆ, ਯੂਜ਼ ਕਰਕੇ ਉਹਨਾਂ ਦਾ ਡੱਬਾ ਤੁਹਾਨੂੰ ਮਿਲ ਜਾਂਦਾ ਸਟੋਰਾਂ ਤੋਂ, ਉਹ ਸਟਰॉ ਨਹੀਂ ਮਿਲ ਰਿਹਾ। ਮਾਮਲਾ ਕੀ ਆ? ਜਿਹੜਾ ਸਿੰਗਲ ਯੂਜ਼ ਪਲਾਸਟਿਕ ਆ ਇਹਨੂੰ ਹੌਲੀ ਹੌਲੀ ਖਤਮ ਕਰ ਰਿਹਾ। ਓਟਵਾ ਨੇ ਰੀਸੈਂਟਲੀ ਅਨਾਊਂਸ ਕੀਤਾ ਸੀ ਕਿ 2025 ਦੇ ਵਿੱਚ ਇਹ ਸਾਰੇ ਇਹਨੂੰ
ਖਤਮ ਕਰ ਦੇਣਗੇ ਤੇ ਇਹਦਾ ਅਲਟਰਨੇਟਿਵ ਜਿਹੜਾ ਸੋਰਸਸ ਉਹ ਲੱਭਣਗੇ। ਸਿੰਗਲ ਯੂਜ਼ ਪਲਾਸਟਿਕ ਦਾ ਕੀ ਮਤਲਬ ਆ ਕਿ ਇੱਕ ਵਾਰੀ ਵਰਤਿਆ ਤੇ ਵਰਤ ਕੇ ਸਿੱਟ ਦਿੱਤਾ, ਜਿਵੇਂ ਕੈਰੀ ਬੈਗ ਨੇ ਆਪਣੇ ਪੋਲੀਥੀਨ ਪਲਾਸਟਿਕ ਦੇ ਜਿਹੜੇ ਕੈਰੀ ਬੈਗ ਨੇ, ਜਾਂ ਸਟਰॉ ਨੇ, ਜਾਂ ਉਹ ਜਿਹੜੀ ਸਟਿੱਕ ਜੀ ਹੁੰਦੀ ਸਟੇਰਰ ਹੁੰਦਾ ਜਿਹੜਾ ਆਪਾਂ ਕੌਫੀ ਜਾਂ ਖੰਡ ਘੋਲਦੇ ਆ ਉਹਦੇ ਵਿੱਚ ਹਿਲਾ ਕੇ ਉਹਨੂੰ, ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਬੈਨ ਲੱਗ ਰਿਹਾ, ਉਹ ਬੰਦ ਹੋ ਰਹੀਆਂ। 6 ਕੈਟਾਗਰੀ ਪਲਾਸਟਿਕ ਦੀਆਂ ਆ ਜਿਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ। ਲਿਬਰਲ ਸਰਕਾਰ ਨੇ ਕਿਹਾ ਸੀ ਕਿ ਅਸੀਂ ਜ਼ੀਰੋ ਪਲਾਸਟਿਕ ਵੇਸਟ 2030 ਤੱਕ ਕਰਨਾ। ਹੁਣ 2030 ਤੱਕ ਦਾ ਟਾਰਗੇਟ ਆ ਤਾਂ ਸ਼ੁਰੂਆਤ ਹੁਣ ਤੋਂ ਹੀ ਕੀਤੀ ਗਈ ਆ। ਜਿਹੜਾ ਇੱਕ ਸਟੱਡੀ ਕੀਤੀ ਗਈ ਸੀ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦੁਆਰਾ, ਉਹਨੇ ਦੱਸਿਆ ਸੀ 2016 ਦੇ ਵਿੱਚ ਜਿਹੜੇ ਕੈਨੇਡੀਅਨਸ ਨੇ ਉਹ 3 ਮਿਲੀਅਨ ਟਨ ਪਲਾਸਟਿਕ ਦਾ ਵੇਸਟ ਇੱਦਾਂ ਹੀ ਸਿੱਟ ਦਿੰਦੇ ਆ। 3 ਮਿਲੀਅਨ ਟਨ, ਤੇ ਜਿਹਦੇ ਵਿੱਚ ਸਿਰਫ 9% ਰੀਸਾਈਕਲ ਹੁੰਦਾ, ਬਾਕੀ ਸਾਰਾ এনवायरमेंट ਦੇ ਵਿੱਚ ਜਾਂਦਾ। ਤੇ ਇਹਦੀ ਜਿਹੜੀ ਜਿੱਦਾਂ ਪਹਿਲਾਂ ਕਈ ਵਾਰੀ ਗੱਲਬਾਤ ਕੀਤੀ ਆ, ਇਹ ਉਹ ਪਲਾਸਟਿਕ ਆ ਜਿਹੜੀ ਕਈ ਹਜ਼ਾਰ ਸਾਲ ਗਲਦੀ ਨਹੀਂ, ਉੱਦਾਂ ਹੀ ਪਈ ਰਹਿੰਦੀ ਧਰਤੀ ਦੇ ਵਿੱਚ। ਤੁਸੀਂ ਸਟਰॉ ਸਿੱਟ ਦਿਓ, ਕੈਰੀ ਬੈਗ ਸਿੱਟ ਦਿਓ, ਗਲੂਗਾ ਨਹੀਂ, ਪਿਆ ਰਹੂਗਾ ਉਸੇ ਤਰ੍ਹਾਂ। ਤੇ ਜਾਂ ਉਹਦਾ ਤਰੀਕਾ ਹੈ ਵੀ ਉਹਨੂੰ ਸਾੜਿਆ ਜਾਊਗਾ, ਜੇ ਸਾੜਿਆ ਜਾਊਗਾ ਤਾਂ ਉਹਦੇ ਵਿੱਚੋਂ ਗੈਸ ਨਿਕਲੂਗੀ, ਉਹਦਾ ਜਿਹੜੇ ਧੂੰਆਂ ਬਹੁਤ ਖਤਰਨਾਕ ਜਿਹੜਾ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ, ਸੋ ਉਹਦਾ ਇਲਾਜ ਕੋਈ ਨਹੀਂ ਹੈ। ਤੇ ਇਹ ਕਿਹਾ ਹੁਣ ਸਰਕਾਰ ਨੇ ਵੀ ਇਹਨੂੰ ਬੰਦ ਕਰ ਦਿਓ। ਤੇ ਇਹ ਸਾਰਾ ਕੁਝ ਜਿਹੜੀਆਂ ਮਤਲਬ ਕਿੱਥੇ ਕਿੱਥੇ ਜਾ ਕੇ ਉਹਨੇ ਜਿਹੜਾ ਨੁਕਸਾਨ ਕੀਤਾ ਆ, ਤੇ ਹੁਣ ਇਹਨੂੰ ਹੌਲੀ ਹੌਲੀ ਬੰਦ ਕੀਤਾ ਜਾ ਰਿਹਾ। ਜਿਹੜੀ ਹੁਣ ਦੂਜੇ ਪਾਸੇ ਇਹ ਸਵਾਲ ਪੈਦਾ ਹੁੰਦਾ ਵੀ ਇਹਦਾ ਅਲਟਰਨੇਟ ਕੀ ਆ। ਕੁਛ ਅਲਟਰਨੇਟਿਵ ਤੁਸੀਂ ਦੇਖੋਗੇ ਇਹਦੇ ਮਿਲ ਰਹੇ ਆ, ਜਿਵੇਂ ਇਹ ਜਿਹੜੇ ਬੈਗ ਨੇ ਉਹ ਗਰੋਸਰੀ ਦੇ ਤੁਸੀਂ ਲੈਣ ਜਾਂਦੇ ਆ, ਉਹਦੇ ਉੱਤੋਂ ਤੁਹਾਨੂੰ ਕੁਛ ਹੋਰ ਤਰ੍ਹਾਂ ਦੇ ਬੈਗ ਮਿਲ ਰਹੇ ਆ। ਜਿਹੜੇ 15 ਬਿਲੀਅਨ ਪਲਾਸਟਿਕ ਚੈੱਕਆਊਟ ਬੈਗਸ ਹਰ ਸਾਲ ਯੂਜ਼ ਕੀਤੇ ਜਾਂਦੇ ਆ ਦੇਸ਼ ਦੇ ਵਿੱਚ, ਜਿਹੜਾ ਡਾਟਾ ਆ ਉਹ ਇਸ ਵੇਲੇ ਦੱਸ ਰਿਹਾ। ਜਿਹੜੇ ਇਹਦਾ ਜਿਹੜਾ ਕੂੜਾ ਕਰਕਟ ਆ ਉਹਦੇ ਵਿੱਚ ਵੱਡਾ ਸੋਰਸ ਜਿਹੜਾ ਇਹ ਇਹਨਾਂ ਥਾਵਾਂ ਦੇ ਉੱਤੇ ਆ ਰਿਹਾ ਆ। 17,000 ਪਲਾਸਟਿਕ ਬੈਗ ਜਿਹੜੇ ਇਕੱਠੇ ਕੀਤੇ ਗਏ ਸੀ ਕਮਿਊਨਿਟੀ ਕਲੀਨਅਪ ਦੇ ਤਹਿਤ ਟਾਵਾ ਦੇ ਵਿੱਚ ਇਸ 2021 ਦੇ ਵਿੱਚ। ਤੇ ਹੁਣ ਜਿਹੜਾ ਲਿਬਰਲ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ ਬੈਨ ਕੀਤਾ, ਔਰ ਕਈ ਜਿਹੜੀਆਂ ਮਿਊਨਿਸਪੈਲਿਟੀਜ਼ ਆ, ਕਈ ਜਿਹੜੀਆਂ ਪ੍ਰੋਵਿੰਸਸ ਨੇ ਉਹ ਪਹਿਲਾਂ ਹੀ ਲਾ ਚੁੱਕਿਆ। ਨੋਵਾ ਸਕੋਸ਼ੀਆ, BC ਦੇ ਵਿੱਚ ਕਈ ਕਮਿਊਨਿਟੀਜ਼ ਉਹਨਾਂ ਨੇ ਪਹਿਲਾਂ ਹੀ ਬੈਨ ਕਰ ਦਿੱਤਾ ਸਿੰਗਲ ਯੂਜ਼ ਪਲਾਸਟਿਕ ਬੈਗਸ ਨੂੰ। ਜਿਹੜਾ ਵਾਲਮਾਰਟ ਜਾਂ ਉਹ ਹੈਗੇ ਆ ਕੁਛ ਹੋਰ ਇਸ ਤਰੀਕੇ ਦੀਆਂ ਚੀਜ਼ਾਂ ਦੇ ਰਹੇ ਆ। ਹੁਣ ਮਾਮਲਾ ਇਹ ਆ ਕਿ ਇਹਦੇ ਵਿੱਚੋਂ ਜਿਹੜਾ ਤੁਹਾਡੇ ਕੋਲ ਅਲਟਰਨੇਟਿਵ ਕੀ ਆ, ਕਿ ਇਹਦੇ ਉਲਟ ਜੇ ਤੁਸੀਂ ਪਲਾਸਟਿਕ ਦੇ ਬੈਗ ਨਹੀਂ ਵਰਤਦੇ ਤਾਂ ਕੀ ਵਰਤੋਗੇ। ਜਿਹੜੀ ਚੀਜ਼ ਵਰਤਣੀ ਆ ਉਹਦੀਆਂ 2-3 ਗੱਲਾਂ ਦੱਸ ਰਿਹਾ ਕਿ ਇੱਕ ਤਾਂ ਰਾ ਮਟੀਰੀਅਲ ਕਿੱਥੋਂ ਆਉਣਾ, ਦੂਜਾ ਉਹਦੀ ਪ੍ਰੋਡਕਸ਼ਨ ਤੇ ਕਿੰਨੀ ਕੀਮਤ ਲੱਗਣੀ ਆ, ਤੀਜਾ ਡਿਸਟਰੀਬਿਊਟ ਕਿੱਦਾਂ ਕਰਨੇ, ਚੌਥੇ ਯੂਜ਼ ਕਿੱਦਾਂ ਹੋਣਾ, ਤੇ ਪੰਜਵੇਂ ਉਹਦਾ ਬਣਨਾ ਕੀ ਆ, ਵੀ ਉਹਨੂੰ ਮੁੜ ਕੇ ਕੀ ਉਹ ਰੀਸਾਈਕਲ ਹੋ ਜਾਊਗਾ। ਹੁਣ ਰੀਯੂਜ਼ੇਬਲ ਬੈਗ ਬਹੁਤ ਸਾਰੇ ਆ ਰਹੇ ਆ, ਉਸ ਤਰ੍ਹਾਂ ਦੇ ਲੋਕ ਯੂਜ਼ ਕਰ ਰਹੇ ਆ, ਉਹਦਾ ਵੀ ਆਪਣਾ ਇੱਕ ਇੰਪੈਕਟ ਉਹਦੇ ਉੱਤੇ ਪੈ ਰਿਹਾ। ਫਿਰ ਜਿਹੜੇ ਪੇਪਰ ਕਾਟਨ ਬੈਗਸ ਨੇ, ਉਹ ਕਾਟਨ ਬੈਗਸ ਕਈ ਆ ਰਹੇ ਆ, ਪਰ ਦੂਜੇ ਪਾਸੇ ਹੁਣ ਇਹਦਾ ਇਹ ਕਿਹਾ ਜਾ ਰਿਹਾ ਕਿ ਕਾਟਨ ਬੈਗਸ ਆ ਤੇ ਇਹਨੂੰ ਕਾਟਨ ਨੂੰ ਪ੍ਰੋਡਿਊਸ ਕਰਨ ਦੇ ਲਈ ਫਰਟੀਲਾਈਜ਼ਰ ਕਿੰਨੇ ਚਾਹੀਦੇ, ਇਰੀਗੇਸ਼ਨ ਕਿੰਨੀ ਚਾਹੀਦੀ ਆ, ਉਹ ਸਾਰਾ ਕੁਝ ਕਿੰਨਾ ਚਾਹੀਦਾ, ਉਹਦੀ ਡਿਊਰੇਬਿਲਿਟੀ ਕਿੰਨੀ ਹੈ, ਕਿੰਨੀ ਵਾਰੀ ਉਹ ਵੱਧ ਤੋਂ ਵੱਧ ਯੂਜ਼ ਹੋ ਸਕਦਾ। ਪੇਪਰ ਬੈਗ ਦੀ ਗੱਲਬਾਤ ਵੀ ਚੱਲਦੀ ਆ, ਪੇਪਰ ਕਿੱਥੋਂ ਆਉਣਾ, ਜਿਹੜੇ ਰੀਸਾਈਕਲ ਪੇਪਰ ਕਿੱਦਾਂ ਹੋਣੇ ਆ, ਉਹਦੇ ਤੋਂ ਬਾਅਦ ਇਹਦੀ ਡਿਮਾਂਡ ਜਿਹੜੀ ਪਿੱਛੋਂ ਆਉਣੀ ਆ ਉਹ ਕਿਸ ਤਰੀਕੇ ਨਾਲ ਪੂਰੀ ਹੋਣੀ ਆ। ਇਸ ਵੇਲੇ ਇੱਕ ਬਹੁਤ ਵੱਡਾ ਸੰਕਟ ਜਿਹਦੇ ਨਾਲ ਕੈਨੇਡਾ ਵੀ ਲੜ ਰਿਹਾ, ਪੂਰੀ ਦੁਨੀਆ ਵੀ ਲੜ ਰਹੀ ਹੈ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਤੱਕ ਵੀ ਇਹਦਾ ਅਸਰ ਪਹੁੰਚੂਗਾ ਜਿਸ ਤਰੀਕੇ ਨਾਲ ਹੁਣ ਪਹੁੰਚ ਰਿਹਾ ਹੈ। ਕਿਉਂਕਿ ਬਹੁਤ ਸਾਰੇ ਸਟੋਰਾਂ ਤੋਂ, ਗਰੋਸਰੀ ਸਟੋਰਾਂ ਤੋਂ ਪਲਾਸਟਿਕ ਬੈਗ ਬੰਦ ਹੋ ਚੁੱਕੇ ਆ, ਸਟਰॉ ਬੰਦ ਹੋ ਚੁੱਕੇ ਆ, ਸਟੇਰਰ ਬੰਦ ਹੋ ਚੁੱਕੇ ਆ। ਕੋਈ ਨਾ ਕੋਈ ਹੱਲ ਇਹਦਾ ਜ਼ਰੂਰ ਲੱਭਣਾ ਪਊਗਾ ਤਾਂ ਕਿ ਜਿਹੜਾ ਲੋਕ ਆਪਣਾ ਆਪਣਾ ਪ੍ਰਬੰਧ ਇਹਦੇ ਹਿਸਾਬ ਦੇ ਨਾਲ ਕਰ ਸਕਣ। ਜਦੋਂ ਦਾ ਪੈਂਡੈਮਿਕ ਆਇਆ ਉਹਦੇ ਤੋਂ ਬਾਅਦ ਸਮੱਸਿਆਵਾਂ ਬਹੁਤ ਸਾਰੀਆਂ ਆਈਆਂ, ਜਿਵੇਂ ਕਾਰਾਂ ਦੀ ਸ਼ਾਰਟੇਜ ਹੋ ਗਈ। ਕਾਰਾਂ ਦੀ ਸ਼ਾਰਟੇਜ ਇਸ ਕਰਕੇ ਹੋ ਗਈ ਕਿਉਂਕਿ ਉਹਨਾਂ ਦੇ ਵਿੱਚ ਪੈਣ ਵਾਲੀ ਚਿੱਪ ਨਹੀਂ ਮਿਲ ਰਹੀ। ਐਸੇ ਤਰ੍ਹਾਂ ਹੀ ਬਹੁਤ ਸਾਰੀਆਂ ਮੈਡੀਕਲ ਜਿਹੜੀਆਂ ਐਮਰਜੈਂਸੀ ਸੀਗੀਆਂ ਜਾਂ ਕੁਛ ਸਰਜਰੀ ਸੀਗੀਆਂ, ਜਿਹੜੇ ਪ੍ਰੋਸੀਜਰ ਸੀਗੇ, ਕੁਛ ਡਾਇਗਨੋਸਿਸ ਸੀਗੇ, ਕਿਸੇ ਦੀ CT ਸਕੈਨ ਹੋਣੀ ਹੈ, ਕਿਸੇ ਦਾ ਕੁਛ ਹੋਣਾ ਹੈ, ਉਹ ਸਾਰੇ ਪਿੱਛੇ ਚਲੇ ਗਏ। ਪਹਿਲਾਂ ਕਹਿੰਦੇ ਸੀ ਵੀ ਇਹਦਾ ਕੋਵਿਡ ਦੇ ਕੇਸ ਬਹੁਤ ਵਧੇ ਆ, ਵੀ ਮਰੀਜ਼ ਕੋਵਿਡ ਦੇ ਨਹੀਂ ਸਾਹ ਲੈਣ ਦਿੰਦੇ ਹਸਪਤਾਲਾਂ ਨੂੰ, ਤੇ ਦੂਜਿਆਂ ਦਾ ਇਲਾਜ ਅਸੀਂ ਅਜੇ ਨਹੀਂ ਕਰਨਾ, ਪਹਿਲਾਂ ਇਹਨਾਂ ਨੂੰ ਦੇਖਣਾ। ਹੁਣ ਇਹ ਕੀ ਹੈ ਕਿ ਇਸ ਵੇਲੇ ਕੋਵਿਡ ਦੇ ਕੇਸ ਤਾਂ ਘਟ ਚੁੱਕੇ ਆ। ਕੋਵਿਡ ਦੇ ਕੇਸ ਘਟਣ ਦੇ ਬਾਵਜੂਦ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਪ੍ਰੋਸੀਜਰਸ ਨੇ ਉਹ ਹੋ ਨਹੀਂ ਰਹੇ। ਉਹਦਾ ਕਾਰਨ ਇਹ ਦੱਸਿਆ ਜਾ ਰਿਹਾ, ਜਿਹੜਾ ਹੈਲਥ ਕੇਅਰ ਸਿਸਟਮ ਆ ਉਹ ਇਹ ਦੱਸ ਰਿਹਾ ਕਿ ਇੱਕ ਡਾਈ ਆ ਜਿਹੜੀ ਵਿਅਕਤੀ ਦੇ ਅੰਦਰ ਪਾਈ ਜਾਂਦੀ ਆ। ਤੁਹਾਡੀ ਕੋਈ ਸਕੈਨ ਹੋਣੀ ਆ, ਤੁਹਾਡਾ ਕੋਈ ਜਿਹੜਾ ਅਲਟਰਾਸਾਊਂਡ ਹੋਣਾ ਜਾਂ ਕੁਛ ਹੋਣਾ, ਕੁਛ ਕੇਸਿਸ ਦੇ ਵਿੱਚ ਉਹ ਪਹਿਲਾਂ ਤੁਹਾਡੇ ਅੰਦਰ ਇੱਕ ਡਾਈ ਪਾਉਂਦੇ ਆ, ਇੱਕ ਰੰਗਦਾਰ ਚੀਜ਼ ਪਾਉਂਦੇ ਆ। ਉਹ ਜਦੋਂ ਰੰਗਦਾਰ ਚੀਜ਼ ਪਾਉਣ ਤੋਂ ਬਾਅਦ ਤੁਹਾਡਾ ਐਕਸਰੇ ਜਾਂ ਤੁਹਾਡਾ ਜਿਹੜਾ ਅਲਟਰਾਸਾਊਂਡ ਜਾਂ ਕੁਛ ਇੱਦਾਂ ਦਾ ਕੁਛ ਕੀਤਾ ਜਾਂਦਾ, ਜਿਹੜਾ ਵੀ ਉਹਦਾ ਪ੍ਰੋਸੀਜਰ ਹੈਗਾ ਆ, ਤਾਂ ਉਹਦੇ ਵਿੱਚ ਫਿਰ ਡਾਕਟਰਾਂ ਨੂੰ ਮਤਲਬ ਉਹਨਾਂ ਦੇ ਹਿਸਾਬ ਕਿਤਾਬ ਨਾਲ
ਉਹ ਜਿਹੜੇ ਅੰਦਰਲੇ ਆਰਗਨ ਆ ਉਹ ਜ਼ਿਆਦਾ ਕਲੀਅਰ ਨਜ਼ਰ ਆਉਂਦੇ ਆ। ਮਤਲਬ ਹਾਲਾਂਕਿ ਬਹੁਤ ਤਕਨੀਕੀ ਕੰਮ ਆ, ਪਰ ਆਪਾਂ ਜਿੰਨੀ ਕੁ ਮੋਟੀ ਜੀ ਗੱਲ ਸਾਨੂੰ ਸਮਝ ਆਉਂਦੀ ਆ ਉਹ ਦੱਸ ਰਹੇ ਆ। ਉਹ ਡਾਈ ਨਹੀਂ ਮਿਲ ਰਹੀ, ਜਿਹੜੀ ਕੰਪਨੀ ਉਹ ਡਾਈ ਬਣਾਉਂਦੀ ਸੀ ਉਹ ਆ ਕੋਵਿਡ ਦੇ ਵਿੱਚ ਬੰਦ ਹੋ ਗਈ। GE ਹੈਲਥ ਕੇਅਰ ਦੱਸਦੇ ਆ ਉਹ ਫੈਕਟਰੀ ਕਹਿੰਦੇ ਕੋਵਿਡ-19 ਦੇ ਵਿੱਚ ਬੰਦ ਹੋ ਗਈ, ਤੇ ਹੁਣ ਜਦੋਂ ਫੈਕਟਰੀ ਬੰਦ ਹੋ ਗਈ ਤੇ ਡਾਈ ਨਹੀਂ ਬਣ ਰਹੀ ਤਾਂ ਹਸਪਤਾਲ ਤੇ ਕਲੀਨਿਕ ਇਕੱਲੇ ਕੈਨੇਡਾ ਦੇ ਵਿੱਚ ਨਹੀਂ ਪੂਰੇ ਦੁਨੀਆ ਦੇ ਵਿੱਚ ਇਹਦਾ ਅਸਰ ਪਿਆ। BC ਦੀ ਮਿਨਿਸਟਰੀ ਆਫ ਹੈਲਥ ਨੇ ਇਹ ਗੱਲਬਾਤ ਦੱਸੀ ਆ ਕਿ ਉਹ ਇਹ GE ਹੈਲਥ ਕੇਅਰ ਦੇ ਉੱਤੇ ਜ਼ੋਰ ਪਾ ਰਹੇ ਆ ਕਿ ਇਹਦੀ ਸਪਲਾਈ ਕਿਸੇ ਤਰ੍ਹਾਂ ਕੀਤੀ ਜਾਵੇ। ਜਿਹੜੀ ਕੰਟਰਾਸਟ ਡਾਈ ਆ ਉਹ ਬਲੱਡ ਵੈਸਲ ਦੇ ਵਿੱਚ ਜਾਂਦੀ ਆ, ਆਰਗਨਸ ਦੇ ਵਿੱਚ ਜਾਂਦੀ ਆ, ਉਹਨਾਂ ਨੂੰ CT ਸਕੈਨ ਦੇ ਵਿੱਚ ਜਾਂ ਜਿਹੜੇ ਕੁਝ ਹਾਰਟ ਪ੍ਰੋਸੀਜਰ ਹੈਗੇ ਆ ਜਾਂ ਕੁਝ ਸਰਜਰੀਜ਼ ਹੈਗੀਆਂ ਉਹਦੇ ਲਈ ਵਿਜ਼ੀਬਲ ਬਣਾ ਦਿੰਦੀ ਆ ਕਿ ਡਾਕਟਰ ਜਿਹੜੇ ਆ ਉਹਨੂੰ ਚੰਗੀ ਤਰ੍ਹਾਂ ਦੇਖ ਸਕਦੇ, ਜਿਹੜੇ ਰੇਡੀਓਲੋਜਿਸਟ ਨੇ ਉਹ ਉਹਨੂੰ ਚੰਗੀ ਤਰ੍ਹਾਂ ਦੇਖ ਸਕਦੇ ਆ। ਸੋ ਇਸ ਵੇਲੇ ਉਹ ਕਹਿੰਦੇ ਵੀ ਜਿਹੜੀ ਇਹ ਕੰਟਰਾਸਟ ਡਾਈ ਆ ਇਹ ਮਿਲ ਨਹੀਂ ਰਹੀ, ਤੇ ਕੁਛ ਹਸਪਤਾਲਾਂ ਦੇ ਸਿਰਫ 3-4 ਹਫ਼ਤੇ ਦੀ ਸਪਲਾਈ ਰਹਿ ਗਈ ਹੈ, ਉਹਦੇ ਤੋਂ ਬਾਅਦ ਕੁਛ ਨਹੀਂ ਹੋਣਾ। ਹੁਣ ਜਿਹੜੇ ਮਰੀਜ਼ ਹੈ ਨਹੀਂ ਗੇ ਕੋਵਿਡ ਦੇ, ਪਰ ਦੂਜੇ ਜਿਹੜੇ ਲੋਕ ਨੇ ਉਹ ਵੇਟ ਕਰ ਰਹੇ ਸੀ, ਉਹਨਾਂ ਨੂੰ ਪਹਿਲਾਂ ਪਿੱਛੇ ਪਾਇਆ ਗਿਆ ਸੀ ਵੀ ਸਾਡੇ ਕੋਲੇ ਦੂਜੇ ਮਰੀਜ਼ ਬਹੁਤ ਆ ਕੋਵਿਡ ਦੇ, ਤੁਹਾਡੀ ਜਦੋਂ ਵਾਰੀ ਆਊਗੀ ਉਦੋਂ ਤੁਹਾਨੂੰ ਦੱਸਿਆ ਜਾਊਗਾ। ਪਰ ਹੁਣ ਕਿਹਾ ਜਾ ਰਿਹਾ ਕਿ ਹਸਪਤਾਲਾਂ ਦੇ ਵਿੱਚ ਕੰਟਰਾਸਟ ਉਹ ਡਾਈ ਹੈ ਨਹੀਂ ਗੀ, ਜਿਹਦੇ ਕਰਕੇ ਜਿਹੜਾ ਤੁਸੀਂ ਤੁਹਾਡੇ ਦੇ ਉੱਤੇ ਬਹੁਤ ਤੁਹਾਡੀ ਵਾਰੀ ਨਹੀਂ ਆ ਸਕਦੀ। ਸੋ ਇਸ ਵੇਲੇ ਬਹੁਤ ਵੱਡਾ ਅਸਰ ਇਸ ਡਾਈ ਗਲੋਬਲ ਡਾਈ ਸ਼ਾਰਟੇਜ ਜਿਹੜੀ ਇਸ ਵੇਲੇ ਚੱਲ ਰਹੀ ਹੈ, ਜਿਹਦੇ ਨਾਲ ਸਕੈਨ ਹੋਣੀਆਂ ਸੀ ਲੋਕਾਂ ਦੀਆਂ ਉਹ ਪੋਸਟਪੋਨ ਹੋ ਗਈਆਂ। GE ਹੈਲਥ ਕੇਅਰ ਅੱਧੀ ਦੁਨੀਆ ਦੀ ਕੰਟਰਾਸਟ ਡਾਈ ਬਣਾਉਂਦਾ ਆ, ਤੇ ਜਿਹੜੀ ਅੱਧੀ ਦੁਨੀਆ ਨੂੰ ਇਹ ਸਪਲਾਈ ਕਰਦੇ ਸੀ ਉਹ ਹੀ ਬੰਦ ਹੋ ਗਈ। ਉਹਦਾ ਕੁਦਰਤੀ ਤੌਰ 'ਤੇ ਅਸਰ ਆ ਪੂਰੀ ਦੁਨੀਆ ਦੇ ਉੱਤੇ ਪੈਣਾ ਆ। ਇਹ ਇਸ ਮਤਲਬ ਅਗਲੇ 6 ਹਫ਼ਤੇ ਤੱਕ ਕਹਿੰਦੇ ਆ ਵੀ ਐਕਸਪੈਕਟ ਕੀਤਾ ਜਾ ਸਕਦਾ ਵੀ ਇਹਦੀ ਸ਼ਿਪਮੈਂਟ ਇੱਥੇ ਪਹੁੰਚ ਜਾਊਗੀ, ਜਿਹੜੀ ਮਿਨਿਸਟਰੀ ਦੱਸ ਰਹੀ ਆ। ਤੇ ਅਜੇ ਤੱਕ ਇਹਦੇ ਬਾਰੇ ਕੋਈ ਵੀ ਕਨਫਰਮੇਸ਼ਨ ਨਹੀਂ ਆ। ਲੋਕ ਕਿਉਂਕਿ ਸਵਾਲ ਬਹੁਤ ਕਰ ਰਹੇ ਆ ਕਿ ਇਹ ਸਾਡੀਆਂ ਹੁਣ ਪ੍ਰੋਸੀਜਰਸ ਕਿਉਂ ਨਹੀਂ ਹੋ ਰਹੇ, ਹੁਣ ਸਾਡੀਆਂ ਸਕੈਨਿੰਗਸ ਕਿਉਂ ਨਹੀਂ ਹੋ ਰਹੀਆਂ। ਤਾਂ ਜਵਾਬ ਉਹਦਾ ਇਹੀ ਆ ਕਿ ਜਿਹੜੀ ਡਾਈ ਅੰਦਰ ਪਾ ਕੇ ਸਕੈਨਿੰਗ ਕੀਤੀ ਜਾਣੀ ਆ ਉਹ ਡਾਈ ਹੀ ਇਸ ਵੇਲੇ ਅਵੇਲੇਬਲ ਨਹੀਂ ਹੈ। ਇੱਕ ਖਬਰ ਅਲਬਰਟਾ ਤੋਂ ਆ। ਅਲਬਰਟਾ ਦੇ ਵਿੱਚ ਵੀ ਬਾਕੀ ਪ੍ਰੋਵਿੰਸਿਸ ਵਾਂਗ ਰੌਲਾ ਰੱਪਾ ਪਿਛਲੇ ਸਮੇਂ ਦੇ ਵਿੱਚ ਕਾਫੀ ਪਿਆ ਕਿ ਇੱਥੇ ਐਂਬੂਲੈਂਸਿਸ ਨੂੰ ਫੋਨ ਕਰਨ ਤੋਂ ਬਾਅਦ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ, ਐਂਬੂਲੈਂਸਿਸ ਆਉਂਦੀਆਂ ਨਹੀਂ, ਕਈ ਘੰਟੇ ਦੀ ਉਡੀਕ ਹੋ ਜਾਂਦੀ ਹੈ। ਤੇ ਸਰਕਾਰ ਨੇ ਪਿਛਲੇ ਮਹਿਕਮੇ ਨੇ ਕਿਹਾ ਸੀ ਵੀ ਤੁਹਾਨੂੰ ਐਂਬੂਲੈਂਸਿਸ ਨਵੀਆਂ ਦੇ ਦਿੰਦੇ ਆ। ਐਂਬੂਲੈਂਸਿਸ ਆ ਗਈਆਂ ਤੇ ਹੁਣ ਬੜੀਆਂ ਚਮਕਦੀਆਂ ਦਮਕਦੀਆਂ ਐਂਬੂਲੈਂਸ ਉੱਥੇ ਪਹੁੰਚ ਗਈਆਂ, ਪਰ ਜਿਹੜੇ ਮਾਹਰ ਆ ਉਹ ਦੱਸ ਰਹੇ ਆ ਕਿ ਇਹਨਾਂ ਐਂਬੂਲੈਂਸਿਸ ਨਾਲ ਕੋਈ ਫਰਕ ਨਹੀਂ ਪੈਣਾ ਇਸ ਡਿਲੇ ਟਾਈਮ ਨੂੰ। ਵੀ ਐਂਬੂਲੈਂਸਿਸ ਤੇ ਆ ਗਈਆਂ, ਪਰ ਉਹਨੂੰ ਚਲਾਉਣ ਵਾਲੇ ਜਾਂ ਇਹਦੇ ਵਿੱਚ ਜਿਹੜੇ ਪੈਰਾਮੈਡਿਕਸ ਆ ਉਹ ਕਿੱਥੇ ਆ, ਜਾਂ ਤੇ ਉਹਨਾਂ ਦੀ ਭਰਤੀ ਕੀਤੀ ਜਾਵੇ, ਜਿੰਨਾ ਚਿਰ ਉਹ ਨਹੀਂ ਭਰਤੀ ਕੀਤੀ ਜਾਂਦੇ। ਨਵੀਆਂ ਐਂਬੂਲੈਂਸਿਸ ਨੇ ਕੁਛ ਵੀ ਨਹੀਂ ਕਰਨਾ। ਜਿਹੜੀ ਹੈਲਥ ਸਾਇੰਸ ਐਸੋਸੀਏਸ਼ਨ ਆਫ ਅਲਬਰਟਾ ਆ ਉਹਦੇ ਅਧਿਕਾਰੀ ਇਸ ਵੇਲੇ ਕਹਿ ਰਹੇ ਆ ਕਿ ਇੱਕ ਬੰਚ ਸ਼ਾਈਨੀ ਨਵੀਆਂ ਐਂਬੂਲੈਂਸਿਸ ਦਾ ਆਉਣਾ ਬਹੁਤ ਸੋਹਣਾ ਲੱਗਦਾ ਆ, ਪਰ ਅਸਲ ਦੇ ਵਿੱਚ ਸਾਨੂੰ ਪੈਰਾਮੈਡਿਕਸ ਚਾਹੀਦੇ ਆ ਜਿਹੜੇ ਇਹਦੇ ਵਿੱਚ ਹੋਣ, ਤੇ ਜਿਹੜੇ ਲੋਕ ਸਟਰਗਲ ਕਰ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਇਹ ਸਰਵਿਸਿਜ਼ ਲੈਣ ਦੀ, ਉਹਨਾਂ ਨੂੰ ਇਹ ਸਰਵਿਸਿਜ਼ ਮਿਲਣ। ਉਹ ਇਹ ਕਹਿ ਰਿਹਾ ਕਿ ਜਿਹੜੀ ਅਲਬਰਟਾ ਹੈਲਥ ਸਰਵਿਸਿਜ਼ ਆ ਇਹ ਲੋੜ ਜਿੰਨਾ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਉਹਨਾਂ ਕਰ ਨਹੀਂ ਰਹੇ। ਇਹਨੂੰ ਫਿਕਸ ਕਰਨ ਦੇ ਲਈ ਇੱਕ ਜਿਹੜਾ ਟੌਕਸਿਕ ਵਰਕ ਇਨਵਾਇਰਨਮੈਂਟ ਜਿਹੜੇ ਉਹਨਾਂ ਨੇ ਸ਼ਬਦ ਵਰਤੇ ਆ ਕਿ ਉਹ ਸਟਾਫ ਦੇ ਉੱਤੇ ਵੀ ਕੰਮ ਕਰਨ ਦਾ ਅਲਬਰਟਾ ਹੈਲਥ ਸਰਵਿਸਿਜ਼ ਦੇ ਵਿੱਚ ਮਾਹੌਲ ਹੀ ਹੈ ਨਹੀਂ। ਮਾਹੌਲ ਹੈ ਨਹੀਂ ਤੇ ਜਿਹੜਾ ਬੰਦਾ ਉੱਥੇ ਕੰਮ ਕਰਨ ਆਉਂਦਾ ਉਹ ਕੰਮ ਕਰਦਾ ਨਹੀਂ, ਜੋਬ ਛੱਡ ਕੇ ਚਲਿਆ ਜਾਂਦਾ। ਸੋ ਇੱਕ ਬਹੁਤ ਵੱਡਾ ਸੰਕਟ ਆ। ਕੈਲਗਰੀ ਦੇ ਵਿੱਚ ਵੀ ਐਂਬੂਲੈਂਸਿਸ ਜਿਹੜੀਆਂ ਬਹੁਤ ਰੈੱਡ ਅਲਰਟ ਦੇ ਉੱਤੇ ਪਿਛਲੇ ਵੀਕਐਂਡ ਦੇ ਉੱਤੇ ਰਹੀਆਂ ਆ। ਯੂਨੀਅਨ ਇਸ ਗੱਲ ਤੋਂ ਪਰੇਸ਼ਾਨ ਆ। ਜਿਹੜੇ ਐਮਰਜੈਂਸੀ ਦੇ ਵਿੱਚ ਕੁਛ ਪੇਸ਼ੈਂਟਸ ਜਾਂਦੇ ਆ, ਉਹਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਆ। ਹੈਲਥ ਕੇਅਰ ਸਿਸਟਮ ਜਿਹਦੇ ਵਿੱਚ ਇਹੀ ਗੱਲ ਖਾਸ ਤੌਰ ਦੇ ਉੱਤੇ ਲੋਕ ਕਹਿੰਦੇ ਆ ਵੀ ਇੱਥੇ ਇੱਕੋ ਹੀ ਖਾਸ ਗੱਲ ਹੁੰਦੀ ਆ ਕਿ ਜਿਸ ਬੰਦੇ ਨੂੰ ਜਦੋਂ ਐਮਰਜੈਂਸੀ ਦੇ ਵਿੱਚ ਲੋੜ ਪੈ ਗਈ ਤਾਂ 911 ਕਾਲ ਕਰੇ, ਉਸੇ ਵੇਲੇ ਐਂਬੂਲੈਂਸ ਉਹਦੇ ਘਰ ਪਹੁੰਚ ਜਾਂਦੀ ਆ। ਪਰ ਇਹ ਐਂਬੂਲੈਂਸਿਸ ਹੁਣ ਨਹੀਂ ਪਹੁੰਚ ਰਹੀਆਂ। ਜਿਹੜੀਆਂ 9 ਐਂਬੂਲੈਂਸ ਨਵੀਆਂ ਇਹਨਾਂ ਨੇ ਐਲਾਨ ਕੀਤੀਆਂ ਸੀ ਅਲਬਰਟਾ ਦੇ ਵਿੱਚ, 9 ਜਿਨ੍ਹਾਂ ਦੇ ਵਿੱਚੋਂ 5 ਜਿਹੜੀਆਂ ਐਡਮਿੰਟਨ ਦੇ ਵਿੱਚ, 4 ਕੈਲਗਰੀ ਦੇ ਵਿੱਚ ਆਈਆਂ ਆ। ਤੇ ਪਰ ਜਿਹੜੇ ਹੁਣ ਨਵੇਂ ਪੈਰਾਮੈਡਿਕਸ ਹੈ ਨਹੀਂ, ਐਂਬੂਲੈਂਸਿਸ ਭਾਵੇਂ ਨਵੀਆਂ ਆ ਗਈਆਂ ਪਰ ਕਿਉਂਕਿ ਸਟਾਫ ਨਹੀਂ ਆ, ਇਸ ਕਰਕੇ ਇਹਨਾਂ ਨੇ ਬਹੁਤਾ ਕੁਛ ਕਰਨਾ ਨਹੀਂ ਹੈ। ਤੇ ਲੋਕ ਮੰਗ ਕਰ ਰਹੇ ਆ ਵੀ ਲੋੜੀਂਦਾ ਸਟਾਫ ਵੀ ਇਹਦੇ ਵਿੱਚ ਭਰਤੀ ਕੀਤਾ ਜਾਵੇ। ਸਟਾਫ ਭਰਤੀ ਕੀਤਾ ਜਾਂਦਾ ਪਰ ਉਹ ਕੰਮ ਛੱਡ ਕੇ ਚਲੇ ਜਾਂਦੇ ਕਿਉਂਕਿ ਉੱਥੇ ਕੰਮ ਵਾਲਾ ਮਾਹੌਲ ਹੈ ਨਹੀਂ। ਇਸ ਮਾਹੌਲ ਨੂੰ ਵੀ ਠੀਕ ਠਾਕ ਕਰਨ ਦੀ ਲੋੜ ਆ। ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।